ਤੁਸੀਂ ਸੁਣ ਰਹੇ ਹੋ ਕਿਤਾਬ ਮੇਰੀ ਰਾਮ ਕਹਾਣੀ। ਲੇਖਕ ਬਾਬਾ ਸੋਹਣ ਸਿੰਘ ਪਕਨਾ, ਸੰਪਾਦਕ ਰਾਜਵਿੰਦਰ ਸਿੰਘ ਰਾਹੀ। 8ਵੇਂ ਭਾਗ ਵਿੱਚ ਸੁਣੋ ਹਿੰਦੀਆਂ ਨੂੰ ਹਰ ਪਾਸਿਓਂ ਧੱਕੇ, ਅਮਰੀਕਾ ਦਾ ਹਿੰਦੀਆਂ ਉੱਤੇ ਰਾਤ ਨੂੰ ਧਾਵਾ, ਕਨੇਡਾ ਤੇ ਅੰਗਰੇਜ਼ੀ ਸਰਕਾਰਾਂ ਦੇ ਹੋਸ਼ੇਵਾਰ, ਸੰਤ ਤੇਜਾ ਸਿੰਘ ਜੀ, ਭਾਈ ਭਾਗ ਸਿੰਘ ਜੀ ਤੇ ਭਾਈ ਬਲਵੰਤ ਸਿੰਘ ਜੀ ਦੀ ਕਨੇਡਾ ਵਿੱਚ ਸ਼ਲਾਘਾਯੋਗ ਕੌਮੀ ਸੇਵਾ, ਵੱਡੀ ਖੋਰੇ ਅਫਸਰਾਂ ਦੀਆਂ ਕਮੀਨੀਆਂ ਚਾਲਾਂ, ਅਮਰੀਕਾ ਵਿੱਚ ਠੋਕਰਾਂ ਖਾ ਕੇ ਹਿੰਦੀਆਂ ਨੂੰ ਆਪਾ ਸੁਝਿਆ, ਤਾਰਕਨਾਥ ਤੇ ਡੀ.ਜੀ. ਕੁਮਾਰ ਵਰਗੇ ਗਾਉਂ ਦੇ ਯਾਰਾਂ ਦੀਆਂ ਕਰਤੂਤਾਂ, ਹਿੰਦੀ ਮਹਾਸਭਾ ਦਾ ਕਾਇਮ ਹੋਣਾ, ਫਕਰਦਾਸ ਸੁਸਾਇਟੀ ਦਾ ਚੰਦਾ ਤੇ ਹੋਰ ਨਗਦ ਮਾਲ ਉਡਣ-ਛੂ ਕਰਕੇ ਕਿਧਰੇ ਪੱਤਰੇਵਾਚ ਗਿਆ। ਆਜ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੰਦੀਆਂ ਨੂੰ ਹਰ ਪਾਸਿਓਂ ਧੱਕੇ। ਅਕੇਰਾ ਇੱਕ ਹਿੰਦੁਸਤਾਨੀ ਜੈਂਟਲਮੈਨ ਮੈਨੂੰ ਮਿਨਾਰਕ ਮਿੱਲ ਵਿੱਚ ਮਿਲਣ ਆਏ। ਮੈਂ ਉਹਨਾਂ ਨੂੰ ਪੋਰਟਲੈਂਡ ਸ਼ਹਿਰ ਦਿਖਾਉਣ ਨਾਲ ਲੈ ਗਿਆ। ਉੱਥੇ ਸਾਨੂੰ ਫਿਰਦਿਆਂ ਤੁਰਦਿਆਂ ਦੁਪਹਿਰਾ ਹੋ ਗਿਆ ਤੇ ਪ੍ਰਸ਼ਾਦ ਛਕਣ ਦਾ ਵੇਲਾ ਪੁੱਗ ਗਿਆ। ਅਸੀਂ ਦੋਵੇਂ ਪ੍ਰਸ਼ਾਦ ਛਕਣ ਲਈ ਇੱਕ ਅਮਰੀਕਨ ਹੋਟਲ ਵਿੱਚ ਜਾ ਬੈਠੇ। ਜਦੋਂ ਸਾਨੂੰ ਬੈਠਿਆਂ ਢੇਰ ਚਿਰ ਹੋ ਗਿਆ ਪਰ ਹੋਟਲ ਦਾ ਕੋਈ ਸੇਵਾਦਾਰ ਸਾਡੇ ਕੋਲ ਨਾ ਆਇਆ ਤਾਂ ਅਸੀਂ ਇੱਕ ਨੌਕਰ ਨੂੰ ਸੱਦ ਕੇ ਖਾਣਾ ਲਿਆਉਣ ਲਈ ਆਖਿਆ। ਉਹ ਸੁਣ ਕੇ ਪਿਛਲੇ ਪੈਰੀ ਮੁੜ ਗਿਆ ਤੇ ਥੋੜ੍ਹਾ ਚਿਰ ਪਿੱਛੋਂ ਆ ਕੇ ਆਖਣ ਲੱਗਾ ਕਿ ਹੋਟਲ ਦਾ ਮੈਨੇਜਰ ਕਹਿੰਦਾ ਹੈ ਆਪ ਲੋਕ ਇੱਥੇ ਅੰਨ ਪਾਣੀ ਨਹੀਂ ਛਕ ਸਕਦੇ। ਜੇ ਮੈਂ ਆਪ ਨੂੰ ਇੱਥੇ ਪ੍ਰਸ਼ਾਦ ਛਕਣ ਦੀ ਆਗਿਆ ਦੇਵਾਂਗਾ ਤਾਂ ਸਾਰੇ ਗੋਰੇ ਮੇਰੇ ਹੋਟਲ ਨੂੰ ਬਾਈਕਾਟ ਕਰ ਦੇਣਗੇ। ਇਹ ਸੁਣ ਕੇ ਅਸੀਂ ਉੱਥੋਂ ਨਿਕਲ ਆਏ ਤੇ ਇੱਕ ਜਾਪਾਨੀ ਹੋਟਲ ਵਿੱਚ ਪ੍ਰਸ਼ਾਦ ਛਕਿਆ। ਪਾਠਕ ਇਹ ਨਾ ਸਮਝ ਲੈਣ ਕਿ ਸ਼ਾਇਦ ਸਾਡੇ ਕੱਪੜੇ ਆਦਿ ਗੰਦੇ ਹੋਣਗੇ। ਨਹੀਂ, ਸਾਡੇ ਸੂਟ ਬੂਟ ਬਹੁਤ ਵਧੀਆ ਸਨ ਤੇ ਅਸੀਂ ਖੁਦ ਵੀ ਬਹੁਤ ਸਾਫ਼ ਸੁਥਰੇ ਸਾਂ। ਮੇਰੇ ਸਾਥੀ ਜੈਂਟਲਮੈਨ ਵਿਦਿਆ ਦੇ ਲਿਹਾਜ਼ ਨਾਲ ਵੀ ਐਵੇਂ ਸਨ ਤੇ ਜਿਹੜੇ ਗੋਰੇ ਉੱਥੇ ਖਾਣਾ ਖਾ ਰਹੇ ਸਨ ਉਹਨਾਂ ਵਿੱਚੋਂ ਬਹੁਤਿਆਂ ਦੇ ਕੱਪੜੇ ਵੀ ਗੰਦੇ ਸਨ। ਉਹਨਾਂ ਦੇ ਮੂੰਹ ਤੋਂ ਵੀ ਤੰਬਾਕੂ ਦੀ ਸਖਤ ਬੂ ਆ ਰਹੀ ਸੀ ਅਤੇ ਕਈ ਸ਼ਰਾਬ ਦੇ ਨਸ਼ੇ ਵਿੱਚ ਵਾਹੀ ਤਬਾਹੀ ਵੀ ਬਕ ਰਹੇ ਸਨ। ਆਮ ਅਮਰੀਕਾ ਤੇ ਯੂਰਪ ਦੀ ਗੱਲ ਤਾਂ ਜਾਣਦੇ ਹੋ, ਖਾਸ ਹਿੰਦੁਸਤਾਨ ਦੇ ਅੰਦਰ ਹੀ ਆਏ ਦਿਨ ਹੱਛੇ ਤੋਂ ਹੱਛੇ ਜੈਂਟਲਮੈਨ ਹਿੰਦੁਸਤਾਨੀਆਂ ਦੀ ਰੇਲ ਗੱਡੀਆਂ ਦੇ ਪਹਿਲੇ ਦਰਜੇ ਦੇ ਡੱਬਿਆਂ ਵਿੱਚ ਗੋਰਿਆਂ ਦੇ ਹੱਥੋਂ ਸਦਾ ਜੋ ਬੇਇੱਜ਼ਤੀ ਹੁੰਦੀ ਰਹਿੰਦੀ ਹੈ ਉਹ ਕੋਈ ਘੱਟ ਸਬਕ ਨਹੀਂ ਸਿਖਾਉਂਦੀ। ਇਹ ਪਰਸ਼ੋਕ ਹੈ ਉਹਨਾਂ ਹਿੰਦੀਆਂ ਉੱਤੇ ਜੋ ਅਜੇ ਵੀ ਗੁਲਾਮੀ ਦੇ ਜੀਵਨ ਨਾਲੋਂ ਮੌਤ ਚੰਗੀ ਨਹੀਂ ਸਮਝਦੇ ਤੇ ਬੇਸ਼ਰਮਾਂ ਵਾਂਗ ਗੁਲਾਮੀ ਦੇ ਜੀਵਨ ਵਿੱਚ ਹੀ ਮਸਤ ਹਨ। ਲਾਹਨਤ ਹੈ ਇਸ ਗੁਲਾਮੀ ਦੇ ਜੀਵਨਪੁਰ ਤੇ ਫਿੱਟੇ ਮੂੰਹ ਉਹਨਾਂ ਹਿੰਦੀ ਕੌਮ ਫਰੋਸ਼ਾਂ ਦੀ ਇਸੇ ਮਾਣ ਵਡਿਆਈ ਦਾ ਜੋ ਆਪਣੇ ਮੌਜ ਮੇਲੇ ਤੇ ਰੰਗ ਰਲੀਆਂ ਦੇ ਗੋਲੇ ਬਣੇ ਹੋਏ ਅੰਗਰੇਜ਼ਾਂ ਦੀਆਂ ਉਂਗਲਾਂ ਪੁਰ ਨੱਚ ਰਹੇ ਹਨ। ਅਮਰੀਕਾ ਵਾਸੀ ਹਿੰਦੀਆਂ ਨੇ ਇਸ ਬੇਸ਼ਰਮ ਗੁਲਾਮੀ ਦੇ ਜੀਵਨ ਨਾਲ ਰੁੱਸ ਕੇ ਮੌਤ ਨੂੰ ਜੱਫੀਆਂ ਪਾਈਆਂ ਅਤੇ ਆਜ਼ਾਦੀ ਪ੍ਰਾਪਤੀ ਲਈ ਅਮਰੀਕਾ ਵਿੱਚ ਹੁਣ ਆਪਣੀ ਜਥੇਬੰਦੀ ਕਰਨੀ ਸ਼ੁਰੂ ਕਰ ਦਿੱਤੀ। ਅਮਰੀਕਾ ਦਾ ਹਿੰਦੀਆਂ ਉੱਤੇ ਰਾਤ ਨੂੰ ਧਾਵਾ। ਅਮਰੀਕਾ ਵਾਸੀ ਹਿੰਦੁਸਤਾਨੀ ਇਹਨਾਂ ਨਰਾਦਰੀਆਂ ਨੂੰ ਪ੍ਰਤੀਤ ਤਾਂ ਕਰਦੇ ਸਨ ਪਰ ਕੋਈ ਇੱਕ ਜਥੇਬੰਦੀ ਨਾ ਹੋਣ ਕਰਕੇ ਆਪੋ ਆਪਣੇ ਦਿਲਾਂ ਵਿੱਚ ਸੜ ਬਲ ਕੇ ਰਹਿ ਜਾਂਦੇ ਸਨ। ਪਰ ਹੁਣ ਉਹ ਸਮਾਂ ਆ ਗਿਆ ਸੀ ਕਿ ਜਾਂ ਤੇ ਹਿੰਦੁਸਤਾਨੀ ਆਪਣੇ ਬਚਾਓ ਵਾਸਤੇ ਜਥੇਬੰਦੀ ਕਰਨ ਜਾਂ ਅਮਰੀਕਾ ਤੇ ਕੈਨੇਡਾ ਛੱਡ ਕੇ ਮੁੜ ਹਿੰਦੁਸਤਾਨ ਨੂੰ ਆ ਜਾਣ। ਜੇ ਉਹ ਅਮਰੀਕਾ ਤੇ ਕੈਨੇਡਾ ਛੱਡ ਕੇ ਹਿੰਦੁਸਤਾਨ ਨੂੰ ਆਉਂਦੇ ਤਾਂ ਮਾਇਕ ਨੁਕਸਾਨ ਤੋਂ ਬਿਨਾਂ ਕੌਮੀ ਬੇਇੱਜ਼ਤੀ ਤੇ ਕਾਇਰਤਾ ਦਾ ਦਾਗ ਵੀ ਕੋਈ ਘੱਟ ਨਹੀਂ ਸੀ। ਨਾਲੇ ਅਗਾਂਹ ਨੂੰ ਹਿੰਦੁਸਤਾਨ ਵਿੱਚ ਕਿਹੜੀ ਕੌਮੀ ਹਕੂਮਤ ਸੀ ਜਿਸ ਦੇ ਪਾਸ ਆ ਕੇ ਆਪਣੇ ਦੁੱਖ ਰੋਂਦੇ ਤੇ ਉਹਨਾਂ ਦੇ ਦੁੱਖਾਂ ਦੀ ਦਾਰੂ ਕਰਦੇ। ਇਸ ਲਈ ਗੀਧੀਆਂ ਵਾਂਗੂ ਨੱਸਣ ਨਾਲੋਂ ਅਮਰੀਕਾ ਤੇ ਕੈਨੇਡਾ ਵਿੱਚ ਰਹਿ ਕੇ ਹੀ ਮੁਸੀਬਤਾਂ ਦਾ ਟਾਕਰਾ ਕਰਨਾ ਤੇ ਆਪਣੀ ਜਥੇਬੰਦੀ ਨੂੰ ਪੱਕੀ ਕਰਨਾ ਹੀ ਹਿੰਦੀਆਂ ਨੇ ਮੁਨਾਸਬ ਸਮਝਿਆ ਅਤੇ ਆਪਣਾ ਕੰਮ ਵਿੱਢ ਦਿੱਤਾ। ਮੈਂ ਪਿੱਛੇ ਦੱਸ ਆਇਆ ਹਾਂ ਕਿ 1908 ਦੇ ਅਖੀਰ ਵਿੱਚ ਐਲਬਰਟ ਤੇ ਵਿਲੀਅਮ ਦੇ ਲੱਕੜੀ ਦੇ ਕਾਰਖਾਨਿਆਂ ਵਿੱਚੋਂ ਅਮਰੀਕਨਾਂ ਨੇ ਹਿੰਦੁਸਤਾਨੀਆਂ ਨੂੰ ਮਾਰ-ਮਾਰ ਕੇ ਕੱਢ ਦਿੱਤਾ ਸੀ ਤੇ ਡਕੋਮਾ ਦੇ ਇੱਕ ਕਾਰਖਾਨੇ ਵਿੱਚ ਭਾਈ ਵੀਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਗੋਰਿਆਂ ਨੂੰ ਭਾਂਜ ਦਿੱਤੀ ਸੀ, ਜਿਸ ਦੇ ਕਾਰਨ ਅਮਰੀਕਨ ਗੋਰੇ 2-3 ਕੁ ਵਰ੍ਹੇ ਦੱਬੇ ਰਹੇ। ਪਰ 3 ਸਾਲਾਂ ਮਗਰੋਂ 1911 ਜਨਵਰੀ ਮਹੀਨੇ ਵਿੱਚ ਫਿਰ ਗੋਰਿਆਂ ਨੇ
ਸੈਂਟ ਜਾਨ ਦੇ ਲੱਕੜੀ ਦੇ ਕਾਰਖਾਨੇ ਵਿੱਚ ਕੰਮ ਕਰਨ ਵਾਲੇ ਹਿੰਦੀਆਂ ਦੇ ਘਰਾਂ ਪਰ ਰਾਤ ਨੂੰ ਧਾਵਾ ਕਰ ਦਿੱਤਾ। ਇਸ ਹਮਲੇ ਵਿੱਚ ਸ਼ਹਿਰ ਦੀ ਪੁਲਿਸ ਵੀ ਹਮਲਾਵਰਾਂ ਦੇ ਨਾਲ ਸ਼ਾਮਲ ਸੀ, ਕਿਉਂ ਜੋ ਪੁਲਿਸ ਨੂੰ ਇਸ ਹਮਲੇ ਦੇ ਹੋਣ ਦੀ ਖਬਰ ਪਹਿਲਾਂ ਹੀ ਮਿਲ ਚੁੱਕੀ ਸੀ। ਪਰ ਉਹਨਾਂ ਨੇ ਸ਼ਰਾਰਤ ਵਜੋਂ ਇਸ ਹਮਲੇ ਨੂੰ ਰੋਕਣ ਦਾ ਕੋਈ ਪ੍ਰਬੰਧ ਨਹੀਂ ਸੀ ਕੀਤਾ ਤੇ ਨਾ ਹੀ ਹਮਲੇ ਸਮੇਂ ਲੋਕਾਂ ਨੂੰ ਰੋਕਿਆ। ਅਮਰੀਕਨ ਹਿੰਦੀਆਂ ਦੇ ਘਰਾਂ ਦੇ ਸ਼ੀਸ਼ੇ ਭੰਨ ਕੇ ਅੰਦਰ ਘੁਸ ਆਏ ਤੇ ਸੁੱਤੇ ਪਏ ਹਿੰਦੀਆਂ ਨੂੰ ਅਚਿੰਤ ਹੀ ਆ ਦੱਬਿਆ ਅਤੇ ਮਾਲ ਅਸਬਾਬ ਲੁੱਟ ਲਿਆ। ਇਸੇ ਬੇਪਤੀ ਤੋਂ ਬਾਅਦ ਸਾਰਿਆਂ ਨੂੰ ਫੜ ਫੜ ਕੇ ਰਾਤ ਦੀ ਸਮੋਂ ਵਿੱਚ ਹੀ ਸਰਦੀ ਨਾਲ ਠੁਰ ਠੁਰ ਕਰਦਿਆਂ ਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਟਰੇਨ ਗੱਡੀਆਂ ਵਿੱਚ ਲੱਦ ਕੇ ਸ਼ਹਿਰੋਂ ਬਾਹਰ ਦੂਰ ਛੱਡ ਆਏ। ਹੁਣ ਮੁੱਲਾਂ ਦੀ ਦੌੜ ਮਸੀਤ ਤੱਕ ਅਖਾਣ ਅਨੁਸਾਰ ਦੀ ਦਿਨੇ ਅੰਗਰੇਜ਼ੀ ਕੌਂਸਲਰ ਦੇ ਦਫ਼ਤਰ ਵਿੱਚ ਫਰਿਆਦ ਲੈ ਕੇ ਗਏ, ਜੋ ਲਾਗੇ ਹੀ ਪੋਰਟਲੈਂਡ ਸ਼ਹਿਰ ਵਿੱਚ ਰਹਿੰਦਾ ਸੀ। ਅੰਗਰੇਜ਼ੀ ਕੌਂਸਲਰ ਨੇ ਉਹਨਾਂ ਦੇ ਅਥਰੂ ਪੂੰਝ ਕੇ ਮੋੜ ਦਿੱਤਾ। ਉਸ ਨੇ ਕਿਹਾ, ਮੈਂ ਤੁਹਾਡੀ ਬੇਪਤੀ ਤੇ ਲੁੱਟੇ ਹੋਏ ਮਾਲ ਅਸਬਾਬ ਆਦਿਕ ਦਾ ਸਾਰਾ ਹਰਜਾਨਾ ਅਮਰੀਕਨਾਂ ਕੋਲੋਂ ਦਿਵਾ ਕੇ ਛੱਡਾਂਗਾ। ਪਰ ਇਸ ਵਿਚਾਰੇ ਹਿੰਦੀਆਂ ਨੂੰ ਹਰਜਾਨਾ ਤਾਂ ਕਿਸ ਦਿਵਾਉਣਾ ਸੀ, ਕਾਣੀ ਕੌਡੀ ਵੀ ਨਾ ਦਵਾਈ ਗਈ। ਹਾਂ, ਇਸ ਆਮ ਅਵਾਈ ਉੜੀ ਹੋਈ ਸੀ ਕਿ ਅੰਗਰੇਜ਼ੀ ਕੌਂਸਲਰ ਨੇ ਖੁਦ ਅਮਰੀਕਨਾਂ ਪਾਸੋਂ ਚੋਖੇ ਡਾਲਰ ਖਾ ਕੇ ਇਸ ਮੁਕੱਦਮੇ ਨੂੰ ਖੁਰਦ-ਬੁਰਦ ਕਰ ਦਿੱਤਾ ਹੈ ਤੇ ਸਾਰੇ ਦਾ ਸਾਰਾ ਰੁਪਇਆ ਆਪ ਹੀ ਬਿਨਾਂ ਡਕਾਰ ਮਾਰੇ ਹਜ਼ਮ ਕਰ ਗਿਆ। ਹੁਣ ਹਰ ਰੋਜ਼ ਇਹ ਹਵਾਈਆਂ ਉੱਡ ਰਹੀਆਂ ਸਨ ਕਿ ਹਰ ਥਾਂ ਤੋਂ ਹਿੰਦੀਆਂ ਨੂੰ ਇਸੇ ਤਰ੍ਹਾਂ ਕੁੱਟ ਫਾਂਟ ਕੇ ਤੇ ਖੱਜਲ ਖੁਆਰ ਕਰਕੇ ਕੱਢਿਆ ਜਾਵੇਗਾ। ਇਸ ਲਈ ਹਿੰਦੀਆਂ ਨੇ ਵੀ ਜਿੱਥੇ ਜਿੱਥੇ ਉਹ ਰਹਿੰਦੇ ਸਨ ਪਿਸਤੌਲ ਆਦਿ ਖਰੀਦ ਕੇ ਪੱਕਾ ਪ੍ਰਬੰਧ ਕਰ ਲਿਆ। ਓਰੀਗਨ ਸਟੇਟ ਦੇ ਹਰ ਕਾਰਖਾਨੇ ਦੇ ਹਿੰਦੀਆਂ ਨੇ ਥੋੜ੍ਹੇ ਦਿਨਾਂ ਵਿੱਚ ਹੀ ਜਥੇਬੰਦੀ ਕਰਕੇ ਇਹ ਫੈਸਲਾ ਕਰ ਲਿਆ ਕਿ ਜਿੱਥੇ ਵੀ ਹਿੰਦੀਆਂ ਉੱਤੇ ਅਮਰੀਕਨਾਂ ਵੱਲੋਂ ਪਾਸਵਿਕ ਹਮਲਾ ਕੀਤਾ ਜਾਵੇ, ਉੱਥੋਂ ਦੇ ਹੀ ਹਿੰਦੀ ਉਹਨਾਂ ਦਾ ਡਟ ਕੇ ਮੁਕਾਬਲਾ ਕਰਨ ਤੇ ਇਸ ਬੇਇੱਜ਼ਤੀ ਨਾਲੋਂ ਮੌਤ ਨੂੰ ਚੰਗਾ ਸਮਝਣ। ਪਰ ਫਿਰ ਹਮਲਾ ਕਿਤੇ ਨਾ ਹੋਇਆ। ਹਾਂ, ਇਸ ਵਾਕਿਏ ਨੇ ਹਿੰਦੀਆਂ ਦੇ ਦਿਲਾਂ ਪੁਰ ਇੱਕ ਡੂੰਘਾ ਅਸਰ ਕੀਤਾ ਤੇ ਉਹਨਾਂ ਦੇ ਸਾਹਮਣੇ ਐਲਬਰਟ ਵਿਲੀਅਮ ਆਦਿਕ ਥਾਵਾਂ ਦੇ ਸਾਰੇ ਵਾਕਿਏ ਸਜਰੇ ਹੋ ਕੇ ਫਿਰਨ ਲੱਗੇ। ਉਧਰ ਅਮਰੀਕਨ ਵੀ ਹੁਣ ਖੁੱਲ੍ਹਮ ਖੁੱਲ੍ਹਾ ਆਖਣ ਲੱਗ ਪਏ ਕਿ ਜਦੋਂ ਤੁਸੀਂ ਕੈਨੇਡਾ ਵਿੱਚ ਜੋ ਅੰਗਰੇਜ਼ੀ ਨਵੀਂ ਬਸਤੀ ਹੈ ਦਾਖਲ ਨਹੀਂ ਹੋ ਸਕਦੇ ਤਾਂ ਫਿਰ ਅਮਰੀਕਾ ਵਿੱਚ ਉਤਰਨ ਤੇ ਇੱਥੋਂ ਦੇ ਸ਼ਹਿਰੀ ਬਣਨ ਔਰ ਕਾਰਖਾਨਿਆਂ ਵਿੱਚ ਅਮਰੀਕਨ ਮਜ਼ਦੂਰਾਂ ਦੀ ਥਾਂ ਰੋਕਣ ਦਾ ਤੁਹਾਡਾ ਕੀ ਹੱਕ ਹੈ। ਅਮਰੀਕਨਾਂ ਦੀ ਇਸ ਸੱਚੀ ਗੱਲ ਨੇ ਹਿੰਦੀਆਂ ਦੇ ਦਿਲਾਂ ਪੁਰ ਹੋਰ ਵੀ ਡੂੰਘਾ ਅਸਰ ਕੀਤਾ ਤੇ ਅਮਰੀਕਨ ਹਿੰਦੀਆਂ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ। ਅਮਰੀਕਨ ਹਿੰਦੀ ਸੋਚ ਵਿਚਾਰ ਕੇ ਆਖਰ ਇਹ ਸੁੱਟੇ ਪਰ ਪੁੱਜੇ ਕਿ ਸਾਡੀਆਂ ਸਾਰੀਆਂ ਬੇਪਤੀਆਂ ਤੇ ਖਰਾਬੀਆਂ ਦੀ ਜੜ ਜੇ ਕੋਈ ਹੈ ਤਾਂ ਉਹ ਅੰਗਰੇਜ਼ੀ ਗੁਲਾਮੀ ਹੀ ਹੈ, ਜੋ ਸਾਨੂੰ ਸਾਰੇ ਸੰਸਾਰ ਵਿੱਚ ਖੱਜਲ ਖੁਆਰ ਕਰ ਰਹੀ ਹੈ। ਇਸ ਨਤੀਜੇ ਪਰ ਪੁੱਜਣ ਮਗਰੋਂ ਅਮਰੀਕਨ ਹਿੰਦੀਆਂ ਨੇ ਬਿਨਾਂ ਲਿਹਾਜ਼ ਕੀਤੇ ਜਾਤ ਪਾਤ ਦੇ ਹਿੰਦੀ ਕੌਮ ਦੇ ਤੌਰ ਪਰ ਆਪਣੀ ਜਥੇਬੰਦੀ ਕੀਤੀ, ਜਿਸ ਦਾ ਜ਼ਿਕਰ ਮੈਂ ਰਤਾ ਅਗਾਂਹ ਜਾ ਕੇ ਕਰਾਂਗਾ। ਹੁਣ ਇੱਥੇ ਥੋੜ੍ਹੇ ਜਿਹੇ ਵਿੱਚ ਕੈਨੇਡਾ ਦੇ ਹਿੰਦੀਆਂ ਦੀ ਦਸ਼ਾ, ਉਹਨਾਂ ਦੀ ਜਥੇਬੰਦੀ, ਉਸ ਦੇ ਕਾਰਨ ਅਤੇ ਸਿੱਟੇ ਇੱਥੇ ਲਿਖਦਾ ਹਾਂ ਤਾਂ ਜੋ ਅਮਰੀਕਾ ਕੈਨੇਡਾ ਦੀ ਗਦਰ ਪਾਰਟੀ ਦੇ ਜਨਮ ਸਮਾਚਾਰ ਸਾਰੇ ਹੀ ਪਾਠਕਾਂ ਦੀ ਸਮਝ ਵਿੱਚ ਆ ਜਾਣ। ਕੈਨੇਡਾ ਦੇ ਹਿੰਦੀਆਂ ਦੀ ਕੌਮੀ ਜਾਗਰਤ ਤੇ ਉਸ ਦੇ ਕਾਰਨ। ਕੈਨੇਡਾ ਤੇ ਅਮਰੀਕਾ ਦੇ ਹਿੰਦੀਆਂ ਵਿੱਚ ਲਗਭਗ 100 ਪਿੱਛੇ 90 ਪੰਜਾਬੀ ਸਿੱਖ ਸਨ, ਜੋ ਕੁਦਰਤੀ ਤੌਰ ਪਰ ਹੀ ਅਕਸਰ ਬਹਾਦਰ ਤੇ ਦਲੇਰ ਹੁੰਦੇ ਹਨ। ਘਾਟਾ ਸਿਰਫ ਇੰਨਾ ਸੀ ਕਿ ਇਹਨਾਂ ਨੂੰ ਜਥੇਬੰਦੀ ਦੀ ਇੱਕ ਲੜੀ ਵਿੱਚ ਪਰੋਣ ਲਈ ਲਾਇਕ ਲੀਡਰ ਨਹੀਂ ਸਨ ਮਿਲਦੇ। ਹੋਰਨਾਂ ਹਿੰਦੁਸਤਾਨੀਆਂ ਦੇ ਮੁਕਾਬਲੇ ਵਿੱਚ ਸਿੱਖਾਂ ਅੰਦਰ ਇੱਕ ਬੜੀ ਭਾਰੀ ਸਿਫਤ ਇਹ ਹੈ ਕਿ ਇਸ ਨਿਗਰੀ ਦਸ਼ਾ ਵਿੱਚ ਵੀ ਜਿੱਥੇ ਜਿੱਥੇ ਟਾਪੂਆਂ ਵਿੱਚ ਉਹ ਲੋਕ ਸਿੱਖ ਗਏ, ਉੱਥੇ ਹੀ ਉਹਨਾਂ ਨੇ ਸਿੱਖ ਗੁਰਦੁਆਰੇ ਵੀ ਕਾਇਮ ਕਰ ਦਿੱਤੇ। ਰੰਗੂਨ, ਪੀਨਾਗ, ਸਿੰਗਾਪੁਰ, ਹਾਂਗਕਾਂਗ, ਸਿੰਗਾਈ, ਕੈਨੇਡਾ, ਅਮਰੀਕਾ ਆਦਿਕ ਵਿੱਚ ਗੱਲ ਕਿ ਜਿੱਥੇ ਜਿੱਥੇ ਵੀ ਸਿੱਖ ਹਨ ਉੱਥੇ ਉੱਥੇ ਹੀ ਗੁਰਦੁਆਰਿਆਂ ਪੁਰ ਖਾਲਸਈ ਝੰਡੇ ਝੂਲ ਰਹੇ ਹਨ। ਇਹਨਾਂ ਗੁਰਦੁਆਰਿਆਂ ਦਾ ਸਿਰਫ ਸਿੱਖਾਂ ਨੂੰ ਹੀ ਲਾਭ ਨਹੀਂ ਹੈ, ਸਗੋਂ ਹਰ ਇੱਕ ਹਿੰਦੁਸਤਾਨੀ ਜੋ ਵੀ ਇਹਨਾਂ ਟਾਪੂਆਂ ਦੀ ਯਾਤਰਾ ਕਰਦਾ ਹੈ, ਬਗੈਰ ਕਿਸੇ ਜਾਤ ਪਾਤ ਦੇ ਲਿਹਾਜ਼ ਦੇ ਬਿਨਾਂ ਰੋਕ ਟੋਕ ਉਹਨਾਂ ਗੁਰਦੁਆਰਿਆਂ ਵਿੱਚ ਜਾ ਕੇ ਕਈ ਦਿਨ ਤੱਕ ਵਿਸ਼ਰਾਮ ਕਰਦਾ ਹੈ। ਟੱਬਰ ਸਮੇਤ ਪ੍ਰਦੇਸ਼ਾਂ ਵਿੱਚ ਜਾਣ ਵਾਲੇ ਲੋਕਾਂ ਲਈ ਤਾਂ ਖਾਸ ਕਰਕੇ ਇਹੋ ਗੁਰਦੁਆਰੇ
ਉਹਨਾਂ ਦੀ ਪਾਣ ਪੱਤ ਦੇ ਰਾਖੇ ਹੁੰਦੇ ਹਨ, ਕਿਉਂ ਜੋ ਟੱਬਰਦਾਰ ਮੁਸਾਫਰ ਨੂੰ ਵੱਖਰਾ ਕਮਰਾ ਮਿਲ ਜਾਂਦਾ ਹੈ ਜਿੱਥੇ ਉਹ ਘਰ ਵਾਂਗੂ ਨਿਸ਼ਚਿੰਤ ਹੋ ਕੇ ਟਿਕ ਸਕਦਾ ਹੈ। ਲੰਗਰ ਆਦਿਕ ਸਜਾਉਣ ਦਾ ਵੀ ਗੁਰਦੁਆਰੇ ਵਿੱਚ ਸੋਹਣਾ ਪ੍ਰਬੰਧ ਹੁੰਦਾ ਹੈ। ਇਹਨਾਂ ਗੁਰਦੁਆਰਿਆਂ ਦੀਆਂ ਇਮਾਰਤਾਂ ਵੀ ਬਹੁਤ ਸੁੰਦਰ ਹੁੰਦੀਆਂ ਹਨ। ਲਾਇਬ੍ਰੇਰੀ ਵੀ ਹਰ ਇੱਕ ਗੁਰਦੁਆਰੇ ਨਾਲ ਅਕਸਰ ਹੁੰਦੀ ਹੈ, ਜਿੱਥੋਂ ਮੁਸਾਫਰਾਂ ਨੂੰ ਪੁਸਤਕਾਂ ਤੇ ਅਖਬਾਰ ਪੜ੍ਹਨ ਲਈ ਮਿਲ ਸਕਦੇ ਨੇ। ਇਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਸਥਾਨਕ ਕਮੇਟੀਆਂ ਦੇ ਹੱਥ ਰਹਿੰਦਾ ਹੈ। ਗ੍ਰੰਥੀ ਵੀ ਅਕਸਰ ਨੇਕ ਚੱਲਣ ਵਾਲੇ ਰੱਖੇ ਜਾਂਦੇ ਹਨ। ਮੈਂ 1914 ਵਿੱਚ ਪਿਨਾਕ ਦੇ ਗੁਰਦੁਆਰੇ ਵਿੱਚ ਇੱਕ ਦੇਵਤਾ ਸਰੂਪ ਗ੍ਰੰਥੀ ਸਾਹਿਬ ਦੇ ਦਰਸ਼ਨ ਕੀਤੇ, ਜਿਨ੍ਹਾਂ ਦੇ ਪ੍ਰੇਮ ਦਾ ਮੇਰੇ ਦਿਲ ਪਰ ਬਹੁਤ ਡੂੰਘਾ ਅਸਰ ਪਿਆ। ਮੇਰੀ ਜਾਚੇ ਉਹਨਾਂ ਦਾ ਨਾਮ ਭਾਈ ਪ੍ਰੇਮ ਸਿੰਘ ਜੀ ਹੀ ਸੀ। ਉਹਨਾਂ ਦਾ ਅਜਿਹਾ ਨਾਮ ਸੀ, ਅਜਿਹੇ ਹੀ ਉਹਨਾਂ ਵਿੱਚ ਗੁਣ ਵੀ ਸਨ। ਗੁਰਦੁਆਰੇ ਵਿੱਚ ਆਏ ਅਤਿਥੀ ਨਾਲ ਬੜੇ ਪ੍ਰੇਮ ਤੇ ਸੁਹਿਰਦਤਾ ਨਾਲ ਪੇਸ਼ ਆਉਂਦੇ ਸਨ ਅਤੇ ਉਸ ਨੂੰ ਹਰ ਤਰ੍ਹਾਂ ਸੁੱਖ ਪਹੁੰਚਾਉਣ ਦਾ ਯਤਨ ਕਰਦੇ ਸਨ। ਇਹ ਗ੍ਰੰਥੀ ਭਾਈ ਪ੍ਰੇਮ ਸਿੰਘ ਪਿਨਾਕ ਦੇ ਗੁਰਦੁਆਰੇ ਵਿੱਚ ਗਦਰ ਲਹਿਰ ਦੇ ਪ੍ਰਚਾਰਕ ਸਨ। ਇਹਨਾਂ ਦਾ ਪਿੰਡ ਸੰਗਮ, ਥਾਣਾ ਪੱਟੀ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸੀ। ਇਹਨਾਂ ਦੇ ਪਿਤਾ ਦਾ ਨਾਮ ਹਵਲਦਾਰ ਬੂੜ ਸਿੰਘ ਸੀ। ਭਾਈ ਪ੍ਰੇਮ ਸਿੰਘ ਤੇ ਇਸ ਦਾ ਭਰਾ ਦੋਵੇਂ 25ਵੀਂ ਪਲਟਨ ਵਿੱਚ ਭਰਤੀ ਸਨ, ਪਰ ਬਾਅਦ ਵਿੱਚ ਭਾਈ ਪ੍ਰੇਮ ਸਿੰਘ ਪਿਨਾਕ ਦੇ ਗੁਰਦੁਆਰੇ ਦਾ ਗ੍ਰੰਥੀ ਨਿਯੁਕਤ ਹੋ ਗਿਆ। ਜਦ ਗਦਰ ਲਹਿਰ ਚੱਲੀ ਤਾਂ ਪਿਨਾਕ ਦਾ ਗੁਰਦੁਆਰਾ ਗਦਰ ਲਹਿਰ ਦਾ ਕੇਂਦਰ ਬਣ ਗਿਆ। ਇੱਥੇ ਗਦਰ ਅਖਬਾਰ ਗੁਰਦੁਆਰੇ ਦੇ ਦੀਵਾਨ ਵਿੱਚ ਪੜ੍ਹ ਕੇ ਸੁਣਾਇਆ ਜਾਂਦਾ ਸੀ। 1915 ਵਿੱਚ ਭਾਈ ਪ੍ਰੇਮ ਸਿੰਘ ਸਿੰਗਾਪੁਰ ਦੇ ਗ੍ਰੰਥੀ ਨਾਲ ਪੰਜਾਬ ਆਏ, ਪਰ ਇੱਥੇ ਅੰਗਰੇਜ਼ ਸਰਕਾਰ ਵੱਲੋਂ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤੇ ਗਏ। 1920 ਤੋਂ ਬਾਅਦ ਜਦ ਬ੍ਰਾਹਮਣਵਾਦੀ ਮਹੰਤਾਂ ਕੋਲ ਗੁਰਦੁਆਰੇ ਮੁਕਤ ਕਰਾਉਣ ਲਈ ਅਕਾਲੀ ਲਹਿਰ ਚੱਲੀ ਤਾਂ ਭਾਈ ਪ੍ਰੇਮ ਸਿੰਘ ਅਕਾਲੀ ਲਹਿਰ ਵਿੱਚ ਸ਼ਾਮਲ ਹੋ ਗਏ ਤੇ ਲਾਹੌਰ ਵਿੱਚ ਭਾਟੀ ਗੇਟ ਦੇ ਅੰਦਰ ਗੁਰਦੁਆਰਾ ਚੁਮਾਲਾ ਸਾਹਿਬ ਆਜ਼ਾਦ ਕਰਵਾਉਣ ਵਿੱਚ ਮੁੱਖ ਹਿੱਸਾ ਲਿਆ ਤੇ ਇਹਨਾਂ ਉੱਪਰ ਕੇਸ ਵੀ ਦਰਜ ਹੋਇਆ। ਬਾਅਦ ਵਿੱਚ ਭਾਈ ਪ੍ਰੇਮ ਸਿੰਘ ਇਸ ਗੁਰਦੁਆਰੇ ਦੇ ਗ੍ਰੰਥੀ ਨਿਯੁਕਤ ਹੋ ਗਏ। ਜਦ ਬੱਬਰ ਲਹਿਰ ਚੱਲੀ ਤਾਂ ਭਾਈ ਪ੍ਰੇਮ ਸਿੰਘ ਜੇਲ੍ਹ ਵਿੱਚ ਬੰਦ ਭਾਈ ਕਿਸ਼ਨ ਸਿੰਘ ਗੜਗੱਜ ਹੋਰਾਂ ਨੂੰ ਅੰਦਰਲੇ ਬਾਹਰਲੇ ਸੰਦੇਸ਼ ਪਹੁੰਚਾਉਣ ਦੀ ਸੇਵਾ ਵੀ ਕਰਦੇ ਸਨ। ਖੁਫੀਆ ਵਿਭਾਗ ਉਸ ਉੱਪਰ ਇਹ ਵੀ ਸ਼ੱਕ ਕਰਦਾ ਸੀ ਕਿ ਉਹ ਗਦਰੀਆਂ ਦੇ ਕਾਬਲ ਅੱਡੇ ਨਾਲ ਵੀ ਰਾਬਤਾ ਰੱਖਦਾ ਹੈ। ਸੰਪਾਦਕ ਗੁਰਦੁਆਰਾ ਚੁਮਾਲਾ ਸਾਹਿਬ ਲਾਹੌਰ ਵਿੱਚ ਬੜੇ ਪ੍ਰੇਮ ਨਾਲ ਕੌਮੀ ਸੇਵਾ ਕਰ ਰਹੇ ਹਨ। ਇਹੋ ਜਿਹੇ ਹੀ ਇੱਕ ਸੱਚੇ ਗ੍ਰੰਥੀ ਸਾਹਿਬ ਵੈਨਕੂਵਰ ਕੈਨੇਡਾ ਦੇ ਗੁਰਦੁਆਰੇ ਵਿੱਚ ਹੋ ਗੁਜ਼ਰੇ ਹਨ, ਜਿਨ੍ਹਾਂ ਦਾ ਨਾਮ ਅਕਸਰ ਹਿੰਦੀ ਸ਼ਹੀਦ ਦੇਸ਼ ਭਗਤਾਂ ਵਿੱਚ ਇਉਂ ਸ਼ੋਭ ਰਿਹਾ ਹੈ ਜਿਵੇਂ ਤਾਰਾ ਮੰਡਲ ਵਿੱਚ ਚੰਦ। ਆਪ ਦਾ ਪਵਿੱਤਰ ਨਾਮ ਭਾਈ ਬਲਵੰਤ ਸਿੰਘ ਜੀ ਸੀ। ਧੰਨ ਜਨਮ ਹੈ ਇਹੋ ਜਿਹੇ ਧਾਰਮਿਕ ਗ੍ਰੰਥੀ ਸਾਹਿਬਾਂ ਦਾ। ਮੁਸਾਫਰਾਂ ਨੂੰ ਸੁੱਖ ਪਹੁੰਚਾਉਣ ਤੋਂ ਬਿਨਾਂ ਇਹ ਗੁਰਦੁਆਰੇ ਸਿੱਖਾਂ ਦੇ ਧਾਰਮਿਕ ਖਿਆਲਾਂ ਤੇ ਉਹਨਾਂ ਦੇ ਚਾਲ ਚੱਲਣ ਨੂੰ ਵੀ ਬਹੁਤ ਹੱਦ ਤੱਕ ਦਰੁਸਤ ਰੱਖਦੇ ਸਨ। ਜਥੇਬੰਦੀ ਵਿੱਚ ਵੀ ਬਹੁਤ ਸਹਾਈ ਹੁੰਦੇ ਸਨ। ਹੁਣ ਵੀ ਟਾਪੂਆਂ ਦੇ ਗੁਰਦੁਆਰੇ ਸਿੱਖਾਂ ਵਾਸਤੇ ਸਫਲ ਕੰਮ ਕਰ ਰਹੇ ਹਨ। ਖਿੰਡੇ ਪੁੰਡੇ ਸਿੱਖਾਂ ਦੀ ਜਥੇਬੰਦੀ ਅਕਸਰ ਇਹਨਾਂ ਗੁਰਦੁਆਰਿਆਂ ਦੇ ਵਾਰਸ਼ਿਕ ਜਾਂ ਮਾਸਿਕ ਜੋੜ ਮੇਲਿਆਂ ਰਾਹੀਂ ਹੀ ਸੌਖੀ ਹੋ ਸਕਦੀ ਹੈ, ਨਹੀਂ ਤਾਂ ਟਾਪੂਆਂ ਵਿੱਚ ਇੱਕ ਥਾਂ ਇਕੱਤਰ ਹੋਣ ਲਈ ਸਿਵਾਏ ਗੁਰਦੁਆਰਿਆਂ ਦੇ ਹੋਰ ਕੋਈ ਥਾਂ ਨਹੀਂ ਹੁੰਦਾ। ਇਹੋ ਕਾਰਨ ਸੀ ਕਿ ਕੈਨੇਡਾ ਵਿੱਚ ਅਮਰੀਕਨ ਸਿੱਖਾਂ ਨਾਲੋਂ ਪਹਿਲਾਂ ਹੀ ਜਾਗਰਤ ਆ ਗਈ ਸੀ ਤੇ ਜਥੇਬੰਦੀ ਹੋ ਗਈ ਸੀ। ਜਦੋਂ ਸੰਤ ਤੇਜਾ ਸਿੰਘ ਜੀ ਕੈਨੇਡਾ ਪੁੱਜੇ ਸਨ ਤਾਂ ਉਦੋਂ ਉੱਥੇ ਗੁਰਦੁਆਰਾ ਕਮੇਟੀ ਕਾਇਮ ਸੀ ਤੇ ਉਸ ਵਿੱਚ ਭਾਈ ਭਾਗ ਸਿੰਘ ਜੀ ਤੇ ਭਾਈ ਬਲਵੰਤ ਸਿੰਘ ਜੀ ਸੇਵਾ ਕਰ ਰਹੇ ਸਨ, ਜਿਨ੍ਹਾਂ ਦੇ ਸਹਾਰੇ ਸੰਤ ਜੀ ਨੂੰ ਕੰਮ ਕਰਨ ਵਿੱਚ ਸੌਖ ਹੋਇਆ। ਕੈਨੇਡਾ ਤੇ ਅੰਗਰੇਜ਼ੀ ਸਰਕਾਰਾਂ ਦੇ ਹੋਸ਼ੇਵਾਰ ਜਦੋਂ ਭਾਈ ਤੇਜਾ ਸਿੰਘ ਜੀ ਵੈਨਕੂਵਰ ਕੈਨੇਡਾ ਵਿੱਚ ਪਹੁੰਚੇ ਤਾਂ ਉਸ ਵਕਤ ਕੈਨੇਡਾ ਵਾਲੇ ਹਿੰਦੀਆਂ ਨੂੰ ਉੱਥੋਂ ਕੱਢਣ ਲਈ ਉਹਨਾਂ ਨੂੰ ਕਈ ਝੂਠੀਆਂ ਤੋਹਮਤਾਂ ਲਾ ਕੇ ਨਾ ਹੱਕ ਬਦਨਾਮ ਕਰ ਰਹੇ ਸਨ। ਉਹ ਕਹਿੰਦੇ ਸਨ ਇਹ ਲੋਕ ਘਟੀਆ ਮੇਲ ਦੇ ਹਿੰਦੁਸਤਾਨੀ ਹਨ, ਸਵਾਏ ਮਜ਼ਦੂਰੀ ਕਰਨ ਦੇ ਇਹ ਵਪਾਰ ਜਾਂ ਵਾਹੀ ਆਦਿਕ ਹੋਰ ਕੁਝ ਨਹੀਂ ਜਾਣਦੇ ਤੇ ਨਾ ਹੀ ਕਾਰਾਗਰੀ ਦੇ ਹੁਨਰ ਤੋਂ ਜਾਣੂ ਹਨ। ਨਾ ਇਹਨਾਂ ਕੋਲ ਇੱਥੇ ਕੋਈ ਜਾਇਦਾਦ ਹੀ ਹੈ ਜਿਸ ਕਰਕੇ ਇਹ ਕੈਨੇਡਾ ਦੇ ਵਸਨੀਕ ਬਣਨ ਦੇ ਯੋਗ ਹੋ ਸਕਣ। ਜੋ ਰੁਪਇਆ ਇਹ ਲੋਕ ਮਜ਼ਦੂਰੀ ਕਰਕੇ ਕਮਾਉਂਦੇ ਹਨ ਉਹ ਸਾਰਾ ਹਿੰਦੁਸਤਾਨ ਨੂੰ ਘੱਲ ਦਿੰਦੇ ਨੇ। ਆਪ ਮੈਲੇ ਕੁਚੈਲੇ ਹੀ ਰਹਿੰਦੇ ਨੇ, ਨਾਲੇ ਘੱਟ ਤਨਖਾਹ ਪਰ ਹੀ ਕੰਮ ਕਰਦੇ ਹਨ, ਜਿਸ ਕਰਕੇ ਕੈਨੇਡਾ ਦੇ ਮਜ਼ਦੂਰਾਂ ਨੂੰ ਸਖਤ ਨੁਕਸਾਨ ਪੁੱਜਦਾ ਹੈ। ਐਰਾ ਵਗੈਰਾ ਸਿਆਣੇ ਦਾ ਕਥਨ ਹੈ ਕਿ ਜਦੋਂ ਕੁੱਤੇ ਨੂੰ ਮਾਰਨਾ ਹੋਵੇ ਤਾਂ ਉਸ ਨੂੰ ਪਹਿਲਾਂ ਹਲਕਾਇਆ ਪਾਗਲ ਪਾਗਲ ਕਹਿ ਕੇ
ਬਦਨਾਮ ਕੀਤਾ ਜਾਂਦਾ ਹੈ। ਇਹੋ ਗੱਲ ਕੈਨੇਡਾ ਵਾਲੇ ਕਰ ਰਹੇ ਸਨ। ਨਾ ਕੈਨੇਡਾ ਦੇ ਹਿੰਦੀ ਹਿੰਦੁਸਤਾਨ ਦੀ ਅਦਨਾ ਜਾਤੀ ਦੇ ਸਨ ਤੇ ਨਾ ਹੀ ਮਜ਼ਦੂਰੀ ਪੇਸ਼ਾ, ਕਿਉਂ ਜੋ ਉਹਨਾਂ ਵਿੱਚ ਵਧੇਰੇ ਪੰਜਾਬੀ ਸਿੱਖ ਜ਼ਮੀਂਦਾਰ ਸਨ। ਗੋਰੇ ਮਜ਼ਦੂਰਾਂ ਨਾਲੋਂ ਤਨਖਾਹ ਵੀ ਘੱਟ ਨਹੀਂ ਸਨ ਲੈਂਦੇ ਤੇ ਨਾ ਹੀ ਮੈਲੇ ਕੁਚੈਲੇ ਹੀ ਰਹਿੰਦੇ ਸਨ, ਸਗੋਂ ਗੋਰਿਆਂ ਨਾਲੋਂ ਸਾਫ ਸੁਥਰੇ ਤੇ ਨੇਕ ਚਾਲ ਚੱਲਣ ਵਾਲੇ ਸਨ। ਹਾਂ, ਸਮੇਂ ਤੇ ਅੰਗਰੇਜ਼ੀ ਰਾਜ ਦੀ ਗੁਲਾਮੀ ਨੇ ਉਹਨਾਂ ਨੂੰ ਕੈਨੇਡਾ ਤੇ ਅਮਰੀਕਾ ਆਦਿਕ ਦੇਸ਼ਾਂ ਵਿੱਚ ਮਜ਼ਦੂਰੀ ਕਰਨ ਪਰ ਮਜਬੂਰ ਕਰ ਦਿੱਤਾ ਸੀ। ਨਹੀਂ ਤਾਂ ਇਹ ਲੋਕ ਉਹ ਸਨ ਜਿਨ੍ਹਾਂ ਦੇ ਬਾਪ ਦਾਦੇ ਥੋੜ੍ਹਾ ਚਿਰ ਪਹਿਲਾਂ ਪੰਜਾਬ ਉੱਤੇ ਹਕੂਮਤ ਚਲਾਉਂਦੇ ਸਨ। ਸੁੱਖ ਅਸਲ ਵਿੱਚ ਅਜਿਹੀਆਂ ਝੂਠੀਆਂ ਤੂਤ ਪਤੀਤੀਆਂ ਬਣਨ ਦਾ ਅਸਲ ਕਾਰਨ ਇਹ ਸੀ ਕਿ ਇੱਕ ਤਾਂ ਜੋ ਕੈਨੇਡੀਅਨ ਗੋਰੇ ਹਿੰਦੁਸਤਾਨ ਵਿੱਚ ਅਫਸਰ ਰਹਿ ਚੁੱਕੇ ਸਨ ਤੇ ਜਿਨ੍ਹਾਂ ਨੂੰ ਸਾਹਿਬ ਅਖਵਾਉਣ ਦਾ ਚਸਕਾ ਪਿਆ ਹੋਇਆ ਸੀ, ਉਹ ਕੈਨੇਡਾ ਵਿੱਚ ਹਿੰਦੁਸਤਾਨੀਆਂ ਨੂੰ ਸੁਤੰਤਰ ਤੇ ਬਰਾਬਰ ਖਲੋ ਕੇ ਗੱਲਬਾਤ ਕਰਦਿਆਂ ਵੇਖ ਕੇ ਸੜ ਬਲ ਜਾਂਦੇ ਸਨ, ਅਤੇ ਨਾ ਹੀ ਉਹ ਕੈਨੇਡਾ ਵਿੱਚ ਹਿੰਦੁਸਤਾਨੀਆਂ ਨੂੰ ਰੁਪਇਆ ਕਮਾਉਂਦੇ ਵੇਖ ਕੇ ਸਹਾਰ ਸਕਦੇ ਸਨ। ਦੂਜੇ, ਅੰਗਰੇਜ਼ੀ ਗਵਰਨਮੈਂਟ ਵੀ ਇਹ ਨਹੀਂ ਸੀ ਚਾਹੁੰਦੀ ਕਿ ਹਿੰਦੁਸਤਾਨੀ ਕੈਨੇਡਾ, ਆਸਟ੍ਰੇਲੀਆ ਤੇ ਅਮਰੀਕਾ ਆਦਿਕ ਆਜ਼ਾਦ ਦੇਸ਼ਾਂ ਵਿੱਚ ਜਾ ਕੇ ਆਜ਼ਾਦੀ ਦੀ ਹਵਾ ਖਾਣ। ਸਗੋਂ ਅੰਗਰੇਜ਼ੀ ਹਕੂਮਤ ਨੂੰ ਸਦਾ ਇਹ ਖਟਕਾ ਲੱਗਾ ਰਹਿੰਦਾ ਏ ਕਿ ਕਿਤੇ ਹਿੰਦੁਸਤਾਨੀਆਂ ਨੂੰ ਆਜ਼ਾਦ ਹਵਾ ਨਾ ਲੱਗ ਜਾਵੇ ਤੇ ਉਹ ਸਾਡੀ ਗੁਲਾਮੀ ਦੇ ਜੂਲੇ ਨੂੰ ਲਾਹ ਕੇ ਨਾ ਸੁੱਟ ਦੇਣ। ਇਸ ਲਈ ਕੈਨੇਡੀਅਨ ਗਵਰਨਮੈਂਟ ਨੇ ਉਸ ਦੀ ਸਲਾਹਕਾਰ ਅੰਗਰੇਜ਼ੀ ਹਕੂਮਤ ਨੇ ਹਿੰਦੀਆਂ ਨੂੰ ਬਦਨਾਮ ਕਰਨ ਪਰ ਲੱਕ ਬੰਨ੍ਹ ਲਿਆ ਸੀ, ਅਤੇ ਇਸ ਕੰਮ ਨੂੰ ਗਵਰਨਮੈਂਟ ਹਿੰਦੀ ਦੇ CID ਮਹਿਕਮੇ ਦੇ ਚਾਕਰ ਹੋਪ ਕਿਨਸਨ ਆਦਿਕ ਤੇ ਕੈਨੇਡਾ ਗਵਰਨਮੈਂਟ ਮਹਿਕਮਾ ਇਮੀਗ੍ਰੇਸ਼ਨ ਦੇ ਅਫਸਰ ਰੋਡ ਮੈਲਕਮ ਰੀਡ ਸੰਪਾਦਕ ਆਦਿਕ ਸਿਰੇ ਚਾੜ੍ਹਨ ਲਈ ਟਿਕ ਗਏ ਸਨ, ਜਿਨ੍ਹਾਂ ਦਾ ਉਦੇਸ਼ ਇਹ ਸੀ ਕਿ ਆ ਚੁੱਕੇ ਹਿੰਦੀਆਂ ਨੂੰ ਬਦਨਾਮ ਕਰਕੇ ਕੈਨੇਡਾ ਵਿੱਚੋਂ ਕਢਵਾਉਣਾ ਤੇ ਅਗਾਂਹ ਨੂੰ ਕਾਨੂੰਨ ਘੜ ਕੇ ਕੈਨੇਡਾ ਵਿੱਚ ਹਿੰਦੀਆਂ ਨੂੰ ਆਉਣ ਤੋਂ ਰੋਕਣਾ। ਇਸ ਉਦੇਸ਼ ਨੂੰ ਮੁੱਖ ਰੱਖਦਿਆਂ 9 ਮਈ 1910 ਨੂੰ ਇੱਕ ਕਾਨੂੰਨ ਕੈਨੇਡਾ ਗਵਰਨਮੈਂਟ ਨੇ ਘੜਿਆ, ਜਿਸ ਵਿੱਚ ਇਹ ਸ਼ਰਤ ਰੱਖੀ ਗਈ ਕਿ ਅਗਾਂਹ ਨੂੰ ਉਹ ਆਦਮੀ ਹੀ ਕੈਨੇਡਾ ਵਿੱਚ ਉਤਰ ਸਕੇਗਾ ਜੋ ਆਪਣੇ ਦੇਸ਼ ਤੋਂ ਜਹਾਜ਼ ਚੜ੍ਹ ਕੇ ਸਿੱਧਾ ਕੈਨੇਡਾ ਪੁੱਜੇਗਾ। ਦੇਖਣ ਨੂੰ ਤਾਂ ਇਹ ਕਾਨੂੰਨ ਸਾਰਿਆਂ ਦੇਸ਼ਾਂ ਵਾਸਤੇ ਬਰਾਬਰ ਸੀ, ਪਰ ਇਸ ਦੀ ਤਹਿ ਵਿੱਚ ਕੈਨੇਡਾ ਗਵਰਨਮੈਂਟ ਦੀ ਕੂਟਨੀਤੀ ਕੰਮ ਕਰ ਰਹੀ ਸੀ, ਕਿਉਂ ਜੋ ਕੈਨੇਡਾ ਗਵਰਨਮੈਂਟ ਚੰਗੀ ਤਰ੍ਹਾਂ ਜਾਣਦੀ ਸੀ ਕਿ ਹੋਰਨਾਂ ਮੁਲਕਾਂ ਦੇ ਅਕਸਰ ਆਪੋ ਆਪਣੇ ਜਹਾਜ਼ ਹਨ ਜੋ ਅੱਗੇ ਹੀ ਆਪਣੇ ਮੁਲਕ ਤੋਂ ਸਿੱਧੇ ਕੈਨੇਡਾ ਆਉਂਦੇ ਹਨ। ਇੱਕ ਹਿੰਦੁਸਤਾਨ ਹੀ ਅਜਿਹਾ ਹੈ ਜਿਸ ਦਾ ਨਾ ਤਾਂ ਕੋਈ ਆਪਣਾ ਜਹਾਜ਼ ਹੀ ਹੈ ਤੇ ਨਾ ਹੀ ਕਿਸੇ ਹੋਰਨਾਂ ਦੇਸ਼ਾਂ ਦੀ ਜਹਾਜ਼ ਚਲਾਊ ਕੰਪਨੀ ਦੇ ਜਹਾਜ਼ ਹਿੰਦੁਸਤਾਨ ਤੋਂ ਸਿੱਧੇ ਕੈਨੇਡਾ ਜਾਂਦੇ ਨੇ। ਇਸੇ ਕੂਟਨੀਤੀ ਨਾਲ ਕੈਨੇਡਾ ਨੇ ਇਹ ਸ਼ਰਤ ਲਾਈ ਸੀ, ਨਹੀਂ ਤਾਂ ਇਸ ਦੇ ਲਾਵਣ ਦਾ ਹੋਰ ਕੋਈ ਮਤਲਬ ਨਹੀਂ ਸੀ। ਅਪ੍ਰੈਲ 1914 ਵਿੱਚ ਕੈਨੇਡਾ ਗਵਰਨਮੈਂਟ ਦੀ ਇਹ ਸ਼ਰਤ ਵੀ ਗੁਰਦਿੱਤ ਸਿੰਘ ਜੀ ਨੇ ਪੂਰੀ ਕਰ ਦਿੱਤੀ ਅਤੇ ਕੈਨੇਡਾ ਤੋਂ ਗਵਰਨਮੈਂਟ ਪੋਲ ਨੂੰ ਸੰਸਾਰ ਦੇ ਸਾਹਮਣੇ ਚੰਗੀ ਤਰ੍ਹਾਂ ਖੋਲ੍ਹ ਦਿੱਤਾ। ਭਾਈ ਸਾਹਿਬ ਨੇ ਕਾਮਾਗਾਟਾ ਮਾਰੂ ਗੁਰੂ ਨਾਨਕ ਜਹਾਜ਼ ਨਾਮੇ ਇੱਕ ਜਾਪਾਨੀ ਜਹਾਜ਼ ਨੂੰ 6 ਮਹੀਨੇ ਜਾਂ ਇਸ ਤੋਂ ਵੱਧ ਸਮੇਂ ਲਈ ਕਿਰਾਏ ਪਰ ਲੈ ਲਿਆ ਤੇ ਸਿੱਧੇ ਕਲਕੱਤੇ ਜਹਾਜ਼ ਘਾਟ ਤੋਂ ਦੂਰ ਕੈਨੇਡਾ ਜਾ ਪੁੱਜੇ। ਇਹ ਸ਼ਰਤ ਪੂਰੀ ਹੋ ਜਾਣ ਪਰ ਵੀ ਕੈਨੇਡਾ ਗਵਰਨਮੈਂਟ ਨੇ ਇਸ ਜਹਾਜ਼ ਦੇ ਹਿੰਦੀਆਂ ਨੂੰ ਕੈਨੇਡਾ ਵਿੱਚ ਨਾ ਉਤਰਨ ਦਿੱਤਾ। ਹੋਰ ਤਾਂ ਹੋਰ ਕੰਢੇ ਲੱਗਣ ਦੀ ਵੀ ਆਗਿਆ ਨਾ ਦਿੱਤੀ। ਇਹ ਨਿਹਾਇਤ ਪਸ਼ੂਆਂ ਵਾਲਾ ਸਲੂਕ ਹਿੰਦੀਆਂ ਨਾਲ ਕੀਤਾ ਗਿਆ। ਇਹ ਸਾਰੀ ਦਰਦ ਕਹਾਣੀ ਇੱਥੇ ਲਿਖਣ ਦੀ ਲੋੜ ਨਹੀਂ ਜਾਪਦੀ। ਜਿਸ ਸੱਜਣ ਨੇ ਇਸ ਨੂੰ ਕੰਢੇ ਕਰਨ ਵਾਲੀ ਕਥਾ ਦਾ ਪਾਠ ਕਰਨਾ ਹੋਵੇ, ਉਹ ਬਾਬਾ ਗੁਰਦਿੱਤ ਸਿੰਘ ਦੀ ਜ਼ੁਲਮੀ ਕਥਾ ਨਾਮੀ ਪੁਸਤਕ ਪੜ੍ਹ ਲਵੇ। ਸੰਤ ਤੇਜਾ ਸਿੰਘ ਜੀ, ਭਾਈ ਭਾਗ ਸਿੰਘ ਜੀ ਤੇ ਭਾਈ ਬਲਵੰਤ ਸਿੰਘ ਜੀ ਦੀ ਕੈਨੇਡਾ ਵਿੱਚ ਸ਼ਲਾਘਾਯੋਗ ਕੌਮੀ ਸੇਵਾ। ਮੈਂ ਪਿੱਛੇ ਦੱਸ ਆਇਆ ਹਾਂ ਕਿ ਕੈਨੇਡਾ ਨੇ ਭਾਂਤ-ਭਾਂਤ ਦੀਆਂ ਝੂਠੀਆਂ ਗੱਲਾਂ ਉਘਾ ਕੇ ਹਿੰਦੀਆਂ ਨੂੰ ਬਦਨਾਮ ਕਰਨਾ ਸ਼ੁਰੂ ਕੀਤਾ ਹੋਇਆ ਸੀ। ਜਦੋਂ ਕਿ ਸੰਤ ਤੇਜਾ ਸਿੰਘ ਜੀ ਉੱਥੇ ਪਹੁੰਚੇ, ਜੀ ਨੇ ਹੁਣ ਨਿਹਾਇਤ ਦਾਨਾਈ ਤੇ ਲੰਬੀ ਸੋਚ ਦੁਆਰਾ ਆਪਣਾ ਕੰਮ ਗੁਰਦੁਆਰਾ ਕਮੇਟੀ ਦੇ ਰਾਹੀਂ ਕਰਨਾ ਆਰੰਭ ਕੀਤਾ। ਸਿੱਖਾਂ ਦੀ ਧਾਰਮਿਕ ਅਵਸਥਾ ਤਾਂ ਪਹਿਲਾਂ ਵੀ ਭਾਈ ਭਾਗ ਸਿੰਘ ਜੀ ਤੇ ਭਾਈ ਬਲਵੰਤ ਸਿੰਘ ਜੀ ਗ੍ਰੰਥੀ ਆਦਿਕ ਗੁਰਮੁਖ ਪਿਆਰਿਆਂ ਕੁਝ ਠੀਕ ਕਰ ਦਿੱਤੀ ਸੀ। ਜੋ ਕੁਝ ਅਸਰ ਵੀ ਬਾਕੀ ਸੀ ਉਹ ਸੰਤ ਜੀ ਦੇ ਉਦਮ ਨਾਲ ਛੇਤੀ ਹੀ ਸੁਧਰ ਗਈ। ਇਸ ਤਰ੍ਹਾਂ ਧਾਰਮਿਕ ਜਥੇਬੰਦੀ ਹੋ ਜਾਣ ਤੋਂ ਬਾਅਦ ਗੁਰਦੁਆਰਾ ਕਮੇਟੀ ਨੇ ਵਪਾਰਕ ਮੈਦਾਨ ਵਿੱਚ ਆਪਣਾ ਕਦਮ ਰੱਖਿਆ ਤੇ ਇੱਕ ਕੰਪਨੀ ਤਿਆਰ ਕੀਤੀ। ਉਸ ਵਕਤ
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਜੀ, ਸਕੱਤਰ ਭਾਈ ਤੇਜਾ ਸਿੰਘ ਜੀ ਸੰਤ ਤੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਸਨ। ਵਪਾਰੀ ਕੰਪਨੀ ਦਾ ਨਾਮ ਗੁਰੂ ਨਾਨਕ ਮੈਨਿੰਗ ਕੰਪਨੀ ਰੱਖਿਆ ਗਿਆ। ਇਸ ਕੰਪਨੀ ਦੇ ਹਿੱਸੇ ਕੈਨੇਡਾ ਅਤੇ ਅਮਰੀਕਾ ਵਿੱਚ ਹਿੰਦੀਆਂ ਨੇ ਬੜੇ ਚਾਅ ਨਾਲ ਖਰੀਦ ਲਏ। ਕੰਪਨੀ ਨੇ ਵੈਨਕੂਵਰ ਕੈਨੇਡਾ ਵਿੱਚ ਬਹੁਤ ਸਾਰੀ ਜ਼ਮੀਨ ਐਨ ਸਮੁੰਦਰ ਦੇ ਕੰਢੇ ਪੁਰ ਖਰੀਦੀ ਤੇ ਆਪਣੇ ਹੋਟਲ ਅਤੇ ਹੋਰ ਦੁਕਾਨਾਂ ਵੀ ਖੋਲ੍ਹੀਆਂ। ਸੋਨਾ ਕੱਢਣ ਵਾਲੀ ਇੱਕ ਅਮਰੀਕਨ ਕੰਪਨੀ ਦੇ ਵੀ ਬਹੁਤ ਸਾਰੇ ਹਿੱਸੇ ਖਰੀਦੇ। ਗੱਲ ਕੀ, ਕੰਪਨੀ ਨੇ ਕੈਨੇਡਾ ਦੇ ਹਿੰਦੀਆਂ ਵਿੱਚ ਵਪਾਰ ਦੀ ਐਸੀ ਕਲਾ ਭਰ ਦਿੱਤੀ ਕਿ ਦਿਨਾਂ ਵਿੱਚ ਹੀ ਹਿੰਦੀਆਂ ਨੇ ਵੈਨਕੂਵਰ ਤੇ ਉਸ ਦੇ ਲਾਗੇ ਸਾਗੇ ਆਪਣੀਆਂ ਬਹੁਤ ਸਾਰੀਆਂ ਜ਼ਮੀਨਾਂ ਖਰੀਦ ਲਈਆਂ ਅਤੇ ਹਰ ਤਰ੍ਹਾਂ ਦਾ ਵਪਾਰ ਔਰ ਕਾਰਖਾਨਿਆਂ ਦੇ ਲੱਕੜੀ ਦੇ ਠੇਕੇ ਆਦਿਕ ਆਪਣੇ ਹੱਥ ਵਿੱਚ ਲੈ ਲਏ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੀ ਸੱਚਾਈ ਤੇ ਤਿਆਗ ਨੇ ਕੁਝ ਮਹੀਨਿਆਂ ਵਿੱਚ ਹੀ ਉਹ ਕਰਕੇ ਵਿਖਾ ਦਿੱਤਾ ਕਿ ਇਸ ਦੀ ਉਸ ਦੇ ਵੈਰੀਆਂ ਨੂੰ ਵੀ ਕਦੇ ਆਸ ਤੱਕ ਨਹੀਂ ਸੀ ਭਈ ਇਹ ਵੀ ਇਹੋ ਜਿਹਾ ਕੰਮ ਕਰ ਸਕਣਗੇ। ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਕੰਮ ਦੀ ਬਰਕਤ ਨਾਲ ਕੈਨੇਡਾ ਵਾਸੀ ਵਿਰੋਧੀ ਗੋਰਿਆਂ ਦੇ ਮੂੰਹ ਬੰਦ ਕਰ ਦਿੱਤੇ ਤਾਂ ਉਹਨਾਂ ਨੇ ਇੱਕ ਹੋਰ ਕੁਟਲਨੀਤੀ ਦੀ ਚਾਲ ਖੇਡੀ। ਸਰਕਾਰ ਕੈਨੇਡਾ ਨੇ ਗਵਰਨਮੈਂਟ ਹਿੰਦ ਦੀ ਸਲਾਹ ਨਾਲ ਕੈਨੇਡਾ ਦੇ ਹਿੰਦੀਆਂ ਨੂੰ ਕਿਹਾ ਕਿ ਆਪ ਲੋਕ ਹਿੰਡੋਰਾਸ ਵਿੱਚ ਜ਼ਮੀਨਾਂ ਖਰੀਦ ਕੇ ਉੱਥੋਂ ਦੇ ਸ਼ਹਿਰੀ ਪੱਕੇ ਵਸਨੀਕ ਬਣ ਜਾਓ। ਉਹ ਥਾਂ ਵੀ ਵਧੀਆ ਹੈ, ਜੇ ਚਾਹੋ ਤਾਂ ਉੱਥੇ ਜਾਣ ਵਿੱਚ ਸਰਕਾਰ ਕੈਨੇਡਾ ਤੁਹਾਨੂੰ ਹਰ ਤਰ੍ਹਾਂ ਮਦਦ ਦੇਵੇਗੀ। ਹਿੰਡੋਰਾਸ ਪਾਣੀ ਦੇ ਲਿਹਾਜ਼ ਨਾਲ ਬਹੁਤ ਰੱਦੀ ਟਾਪੂ ਹੈ। ਉੱਥੇ ਘੱਲ ਕੇ ਹਿੰਦੀਆਂ ਦੇ ਵੈਰੀ ਉਹਨਾਂ ਨੂੰ ਮਾਰ ਮੁਕਾਉਣਾ ਚਾਹੁੰਦੇ ਸਨ। ਉਹਨਾਂ ਦਾ ਖਿਆਲ ਸੀ ਕਿ ਇਸ ਢੰਗ ਨਾਲ ਸੱਪ ਵੀ ਮਰ ਜਾਏਗਾ ਤੇ ਸੋਟੀ ਵੀ ਨਹੀਂ ਭੱਜੇਗੀ, ਅਰਥਾਤ ਹਿੰਦੀ ਮੌਤ ਦਾ ਸ਼ਿਕਾਰ ਵੀ ਹੋ ਜਾਵੇਗੀ ਤੇ ਅੰਗਰੇਜ਼ੀ ਗਵਰਨਮੈਂਟ ਪਰ ਕੋਈ ਦੂਸ਼ਣ ਵੀ ਨਾ ਲੱਗੇਗਾ। ਆਮ ਲੋਕਾਂ ਦਾ ਖਿਆਲ ਹੈ ਕਿ ਇਸ ਚਾਲ ਵਿੱਚ ਗਵਰਨਮੈਂਟ ਕੈਨੇਡਾ ਤੇ ਗਵਰਨਮੈਂਟ ਹਿੰਦ ਤੋਂ ਬਿਨਾਂ ਇੰਗਲੈਂਡ ਦੀ ਅੰਪੀਰੀਅਲ ਗਵਰਨਮੈਂਟ ਦਾ ਵੀ ਹੱਥ ਸੀ, ਕਿਉਂ ਜੋ ਅੰਪੀਰੀਅਲ ਗਵਰਨਮੈਂਟ ਦੀ ਆਗਿਆ ਤੋਂ ਬਗੈਰ ਕੈਨੇਡਾ ਦੇ ਗਵਰਨਮੈਂਟ ਹਿੰਦ ਦੋਵੇਂ ਕੁਝ ਨਹੀਂ ਸਨ ਕਰ ਸਕਦੀਆਂ। ਉਹ ਇਸ ਕਰਕੇ ਕਿਉਂਕਿ ਹਿੰਡਰਾਸ ਇਹਨਾਂ ਦੋਹਾਂ ਹਕੂਮਤਾਂ ਵਿੱਚੋਂ ਕਿਸੇ ਦੇ ਵੀ ਅਧੀਨ ਨਹੀਂ ਸੀ। ਅੰਪੀਰੀਅਲ ਗਵਰਨਮੈਂਟ ਪੁਰ ਹਿੰਦੀਆਂ ਨੂੰ ਉਸ ਵਕਤ ਹੋਰ ਵੀ ਵਧੇਰੇ ਭਰਮ ਹੋ ਗਿਆ ਸੀ ਜਦੋਂ ਕੈਨੇਡਾ ਦੇ ਹਿੰਦੀਆਂ ਨੇ ਆਪਣੇ ਦੁੱਖੜੇ ਸੁਣਾਉਣ ਲਈ ਆਪਣਾ ਇੱਕ ਡੈਪੂਟੇਸ਼ਨ ਘੱਲਿਆ ਸੀ। ਦੁੱਖ ਤਾਂ ਕਿਸੇ ਨੇ ਕੀ ਨਿਵਰਤ ਕਰਨੇ ਸਨ। ਵਜ਼ੀਰ ਹਿੰਦ ਨੇ ਡੈਪੂਟੇਸ਼ਨ ਨਾਲ ਮੁਲਾਕਾਤ ਕਰਨ ਤੋਂ ਨਾ ਕਰ ਦਿੱਤੀ ਸੀ। ਆਖਰ ਕੈਨੇਡਾ ਦੇ ਹਿੰਦੀਆਂ ਵੱਲੋਂ 3 ਸੱਜਣ ਹਿੰਡਰਾਸ ਟਾਪੂ ਵੇਖਣ ਲਈ ਘੱਲੇ ਗਏ। ਅਫਸੋਸ ਮੈਨੂੰ ਉਹਨਾਂ 3 ਦੇਸ਼ ਭਗਤਾਂ ਦੇ ਨਾਮ ਯਾਦ ਨਹੀਂ ਹਨ। ਕੈਨੇਡਾ ਸਰਕਾਰ ਨੇ ਉਹਨਾਂ 3 ਨੂੰ ਬਹੁਤ ਲੋਭ ਲਾਲਚ ਦੇਣ ਦਾ ਯਤਨ ਕੀਤਾ ਤਾਂ ਜੋ ਉਹ ਵੈਨਕੂਵਰ ਜਾ ਕੇ ਆਪਣੇ ਭਰਾਵਾਂ ਕੋਲ ਇਸ ਟਾਪੂ ਦੀ ਸਿਫਤ ਕਰਨ ਤੇ ਹਿੰਦੀਆਂ ਨੂੰ ਉਹਨਾਂ ਦੇ ਜਾਲ ਵਿੱਚ ਫਸਾਉਣ, ਪਰ ਉਹ ਸੱਚੇ ਕੌਮ ਪੂਜ ਇਸ ਲਾਲਚ ਦੇ ਚਿੱਕੜ ਵਿੱਚ ਨਾ ਫਸੇ ਤੇ ਵੈਨਕੂਵਰ ਆ ਕੇ ਹਿੰਡੋਰਾਸ ਦੀ ਹਾਲਤ ਸੱਚੋ ਸੱਚ ਦੱਸ ਦਿੱਤੀ, ਜਿਸ ਤੋਂ ਸਾਰੇ ਹਿੰਦੁਸਤਾਨੀ ਚੌਕੰਨੇ ਹੋ ਗਏ। ਇਸ ਤਰ੍ਹਾਂ ਕੈਨੇਡਾ ਗਵਰਨਮੈਂਟ ਦੀ ਇਹ ਚਾਲ ਵੀ ਅਸਫਲ ਰਹੀ। ਵੱਡੀ ਖੋਰੇ ਅਫਸਰਾਂ ਦੀਆਂ ਕਮੀਨੀਆਂ ਚਾਲਾਂ। ਫਿਰ ਕਈ ਹੋਰਨਾਂ ਢੰਗਾਂ ਨਾਲ ਹਿੰਦੀਆਂ ਨੂੰ ਤੰਗ ਕਰਨਾ ਸ਼ੁਰੂ ਕੀਤਾ, ਜਿਹਾ ਕਿ ਕੈਨੇਡਾ ਵਿੱਚ ਗਏ ਹਿੰਦੀਆਂ ਦੇ ਬਾਲ ਬੱਚਿਆਂ ਤੇ ਮਾਈਆਂ ਨੂੰ ਕਈ ਮਹੀਨੇ ਕੁਆਰੰਟੀਨ ਵਿੱਚ ਬੰਦ ਰੱਖ ਕੇ ਆਖਰ ਹਿੰਦੁਸਤਾਨ ਨੂੰ ਮੋੜ ਦਿੱਤਾ ਗਿਆ। ਹੌਪਕਿਨਸਨ ਇੰਸਪੈਕਟਰ ਖੁਫੀਆ ਪੁਲਿਸ ਤੇ ਮਹਿਕਮਾ ਇਮੀਗ੍ਰੇਸ਼ਨ ਦਾ ਅਫਸਰ ਰੈੱਡ ਸਾਹਿਬ ਗੁਰਦੁਆਰਾ ਸਾਹਿਬ ਨੂੰ ਸਦਾ ਤੰਗ ਕਰਦੇ ਸਨ। ਕਈ ਵਾਰੀ ਉਹਨਾਂ ਨੇ ਗੁਰਦੁਆਰਾ ਕਮੇਟੀ ਨੂੰ ਇਹ ਵੀ ਆਖਿਆ ਕਿ ਤੁਸੀਂ ਸਾਡੇ ਨਾਲ ਮਿਲ ਕੇ ਕੰਮ ਕਰੋ, ਸਾਨੂੰ ਵੱਢੀ ਦਿੱਤਾ ਕਰੋ, ਅਸੀਂ ਤੁਹਾਡੇ ਬਾਲ ਬੱਚਿਆਂ ਨੂੰ ਉਤਾਰ ਦਿੱਤਾ ਕਰਾਂਗੇ। ਪਰ ਗੁਰਦੁਆਰਾ ਕਮੇਟੀ ਆਪਣੀ ਸਫਾਈ ਉੱਤੇ ਡਟੀ ਰਹੀ। ਸੈਂਕੜੇ ਔਖੜਾਂ ਸਹਿੰਦਿਆਂ ਵੀ ਉਹਨਾਂ ਨੇ ਹਰਾਮਖੋਰਾਂ ਨੂੰ ਵੱਢੀ ਨਾ ਦਿੱਤੀ। ਕੈਨੇਡਾ ਗਵਰਨਮੈਂਟ ਦੀ ਇਸ ਬਦਸਲੂਕੀ ਨੇ ਹਿੰਦੀਆਂ ਦੇ ਦਿਲਾਂ ਵਿੱਚ ਅੰਗਰੇਜ਼ ਸਰਕਾਰ ਵੱਲੋਂ ਬਹੁਤ ਖੱਟੇ ਕਰ ਦਿੱਤੇ, ਕਿਉਂ ਜੋ ਕੈਨੇਡਾ ਵਾਸੀ ਹਿੰਦੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਸਾਡੀ ਸਾਰੀ ਬੇਪਤੀ ਤੇ ਖੁਆਰੀ ਦਾ ਕਾਰਨ ਅਸਲ ਵਿੱਚ ਅੰਗਰੇਜ਼ੀ ਗਵਰਨਮੈਂਟ ਦੀ ਗੁਪਤ ਕੂਟਨੀਤੀ ਹੀ ਹੈ, ਨਹੀਂ ਤਾਂ ਕੈਨੇਡਾ ਗਵਰਨਮੈਂਟ ਖੁਦ ਬੇਖੁਦ ਕੁਝ ਨਹੀਂ ਕਰ ਸਕਦੀ। ਭਾਈ ਤੇਜਾ ਸਿੰਘ ਸੰਤ, ਭਾਈ ਭਾਗ ਸਿੰਘ ਜੀ ਤੇ ਭਾਈ ਬਲਵੰਤ ਸਿੰਘ ਆਦਿਕ ਦੇਸ਼ ਭਗਤਾਂ ਦੇ ਯਤਨਾਂ ਦਾ
ਆਖਰ ਇਹ ਸਿੱਟਾ ਨਿਕਲਿਆ ਕਿ ਇੱਕ ਤਾਂ ਕੈਨੇਡਾ ਵਾਸੀ ਹਿੰਦੀ ਆਪਣੀ ਪੱਤ ਤੇ ਬੇਪਤੀ ਅਤੇ ਹਾਨ ਲਾਭ ਨੂੰ ਚੰਗੀ ਤਰ੍ਹਾਂ ਸਮਝ ਗਏ, ਦੂਜੇ ਵਪਾਰ ਵਿੱਚ ਖਾਸੀ ਉੱਨਤੀ ਕਰ ਗਏ। ਨਾਲੇ ਕੌਮੀ ਜਥੇਬੰਦੀ ਵੀ ਚੜ੍ਹਦੀਆਂ ਕਲਾ ਵਿੱਚ ਅੱਪੜ ਗਈ। ਇਸ ਕੌਮੀ ਲਹਿਰ ਦੀ ਹੀ ਬਰਕਤ ਸੀ ਜੋ ਕੈਨੇਡਾ ਵਾਸੀ ਹਿੰਦੀਆਂ ਵਿੱਚ ਸੱਚੇ ਕੌਮ ਪੂਜ ਪੈਦਾ ਹੋ ਗਏ ਸਨ, ਜਿਨ੍ਹਾਂ ਨੇ ਸਾਰੇ ਹਿੰਦੀਆਂ ਨੂੰ ਹਿੰਡੋ ਰਾਖ ਦੇ ਮਾਰੂ ਪੌਣ ਪਾਣੀ ਤੋਂ ਬਚਾ ਲਿਆ ਸੀ ਤੇ ਗਵਰਨਮੈਂਟ ਕੈਨੇਡਾ ਦੇ ਅਨੇਕਾਂ ਲਾਲਚ ਦੇਣਪੁਰ ਵੀ ਉਹ ਆਪਣੇ ਆਦਰਸ਼ ਤੋਂ ਨਹੀਂ ਸਨ ਡਿੱਗੇ। ਸੰਤ ਤੇਜਾ ਸਿੰਘ ਜੀ ਦੇ ਹਿੰਦੁਸਤਾਨ ਮੁੜ ਆਉਣ ਮਗਰੋਂ ਭਾਈ ਭਗਵਾਨ ਸਿੰਘ ਜੀ ਕੈਨੇਡਾ ਪੁੱਜ ਗਏ। ਉਹਨਾਂ ਨੇ ਬਾਕੀ ਸਾਰੀ ਕਸਰ ਪੂਰੀ ਕਰ ਦਿੱਤੀ। ਭਾਈ ਰਹੀਮ ਆਦਿਕ ਦੇਸ਼ ਭਗਤਾਂ ਨੇ ਵੀ ਇਸ ਕੌਮੀ ਸੇਵਾ ਵਿੱਚ ਚੋਖਾ ਹੱਥ ਵਟਾਇਆ। ਕੈਨੇਡਾ ਵਾਸੀ ਹਿੰਦੀਆਂ ਦੇ ਕੌਮੀ ਜੋਸ਼ ਦਾ ਅਨੁਮਾਨ ਉਹ ਸੱਜਣ ਚੰਗੀ ਤਰ੍ਹਾਂ ਕਰ ਸਕਦੇ ਸਨ ਜੋ ਭਾਈ ਭਗਵਾਨ ਸਿੰਘ ਜੀ ਦੀ ਗ੍ਰਿਫਤਾਰੀ ਤੇ ਕਾਮਾ ਗਾਟਾ ਮਾਰੂ ਗੁਰੂ ਨਾਨਕ ਜਹਾਜ਼ ਦੇ ਉੱਥੇ ਪੁੱਜਣ ਸਮੇਂ ਮੌਕੇਪੁਰ ਹਾਜ਼ਰ ਸਨ। ਉਹ ਜਾਣਦੇ ਨੇ ਕਿ ਕਿਵੇਂ ਹਰ ਇੱਕ ਹਿੰਦੀ ਆਪਣੇ ਆਪ ਨੂੰ ਨਿਸ਼ਾਵਰ ਕਰਨ ਲਈ ਤਿਆਰ ਸੀ। ਇੱਥੇ ਮੈਂ ਉਹ ਸਾਰੀਆਂ ਘਟਨਾਵਾਂ ਨਹੀਂ ਦਰਜ ਕਰ ਸਕਦਾ ਜਿਨ੍ਹਾਂ ਨੇ ਹਿੰਦੀਆਂ ਨੂੰ ਟੁੰਬ ਕੇ ਘੋਰ ਨੀਂਦਰ ਤੋਂ ਜਗਾਇਆ ਸੀ। ਮੈਂ ਸਿਰਫ ਮੋਟੀਆਂ-ਮੋਟੀਆਂ ਗੱਲਾਂ ਕਰ ਲਈਆਂ ਹਨ। ਆਸ ਹੈ ਕਿ ਕੈਨੇਡੀਅਨ ਹਿੰਦੀ ਦੇਸ਼ ਭਗਤ ਮੇਰੀ ਇਸ ਮਜਬੂਰੀ ਨੂੰ ਸਮਝਦੇ ਹੋਣਗੇ, ਕਿਉਂ ਜੋ ਜੇਲ੍ਹ ਦੇ ਅੰਦਰ ਮੇਰੇ ਪਾਸ ਸਾਰੀਆਂ ਘਟਨਾਵਾਂ ਦੀ ਫਰਿਸ਼ਤ ਮੌਜੂਦ ਨਹੀਂ ਹੈ। ਉੱਤੇ ਦੱਸੀਆਂ ਘਟਨਾਵਾਂ ਤੋਂ ਬਿਨਾਂ ਕਾਮਾ ਗਾਟਾ ਮਾਰੂ ਗੁਰੂ ਨਾਨਕ ਜਹਾਜ਼ ਦੀ ਜੱਦੋ-ਜਹਿਦ, ਭਾਈ ਭਾਗ ਸਿੰਘ ਜੀ ਤੇ ਹੋਰਨਾਂ ਭਰਾਵਾਂ ਦੀਆਂ ਸ਼ਹੀਦੀਆਂ, ਭਾਈ ਮੇਵਾ ਸਿੰਘ ਜੀ ਦੇ ਬਲੀਦਾਨ ਤੇ ਗਦਰ ਲਹਿਰ ਦੀ ਸੱਚਾਈ ਔਰ ਜੋਸ਼ ਨੇ ਕੈਨੇਡੀਅਨ ਹਿੰਦੀਆਂ ਦੀ ਦੇਸ਼ ਭਗਤੀ ਪੁਰ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ। ਸਿੱਟਾ ਇਹ ਹੋਇਆ ਕਿ ਉਹਨਾਂ ਨੇ ਆਪਣੇ ਪਿਆਰੇ ਵਤਨ ਉੱਤੋਂ ਆਪਣਾ ਤਨ, ਮਨ ਤੇ ਧਨ ਕੁਰਬਾਨ ਕਰਦਿਆਂ ਹੋਇਆਂ ਰਤਾ ਵੀ ਦਰੇਗ ਨਹੀਂ ਕੀਤਾ। ਅਮਰੀਕਾ ਵਿੱਚ ਠੋਕਰਾਂ ਖਾ ਕੇ ਹਿੰਦੀਆਂ ਨੂੰ ਆਪਾ ਸੁਝਿਆ। ਮੈਂ ਪਿੱਛੇ ਦੱਸ ਆਇਆ ਹਾਂ ਕਿ ਅਮਰੀਕਨਾਂ ਦਿਆਂ ਤਾਨਿਆਂ ਨੇ ਨਿੱਤ ਦੀਆਂ ਬੇਪਤੀਆਂ ਨੇ ਅਮਰੀਕਾ ਵਾਸੀ ਹਿੰਦੀਆਂ ਦੀਆਂ ਅੱਖੀਆਂ ਉਘੇੜ ਦਿੱਤੀਆਂ ਸਨ। ਇਸ ਲਈ ਹੁਣ ਉਹ ਦਿਨੋਂ ਦਿਨ ਕੌਮੀਅਤ ਦੇ ਮੈਦਾਨ ਵਿੱਚ ਵਧੇ ਜਾ ਰਹੇ ਸਨ ਤੇ ਆਪਣੀ ਕੌਮੀ ਇੱਜ਼ਤ ਵਾਸਤੇ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਨੂੰ ਤਿਆਰ ਹੋ ਗਏ ਸਨ। ਹੁਣ ਉਹ ਹਰ ਇੱਕ ਅਜਿਹਾ ਕਰਨ ਤੋਂ ਸੰਕੋਚ ਕਰਨ ਲੱਗ ਪਏ ਸਨ ਜਿਸ ਤੋਂ ਉਹਨਾਂ ਦੇ ਦੇਸ਼ ਜਾਂ ਕੌਮ ਦੀ ਬਦਨਾਮੀ ਹੁੰਦੀ ਹੈ। ਮਿਨਾਰਕ ਮਿੱਲ ਵਿੱਚ ਕੋਈ 200-250 ਹਿੰਦੀ ਕੰਮ ਕਰਦੇ ਸਨ। ਦਿਨੇ 10 ਘੰਟੇ ਕਰੜੇ ਤੋਂ ਕਰੜਾ ਕੰਮ ਕਰਨ ਮਗਰੋਂ ਵੀ ਰਾਤ ਨੂੰ ਘਰ ਜਾ ਕੇ ਉਹ ਅੰਗਰੇਜ਼ੀ ਪੜ੍ਹਿਆ ਕਰਦੇ ਸਨ। ਕਈ ਗੱਭਰੂ ਸ਼ਹਿਰ ਦੇ ਰਾਤਰੀ ਸਕੂਲਾਂ, ਨਾਈਟ ਸਕੂਲਾਂ ਵਿੱਚ ਜਾਂਦੇ ਹੁੰਦੇ ਸਨ। ਇਹਨਾਂ ਗੱਭਰੂਆਂ ਵਿੱਚ ਵਿਦਿਆ ਪ੍ਰਾਪਤੀ ਦੇ ਸ਼ੌਂਕ ਦੇ ਲਿਹਾਜ਼ ਨਾਲ ਭਾਈ ਊਧਮ ਸਿੰਘ ਜੀ ਦਾ ਨਾਮ ਖਾਸ ਹੈ। ਉਹਨਾਂ ਨੂੰ ਪੜ੍ਹਨ ਦਾ ਇੰਨਾ ਚੇਟਕ ਲੱਗਾ ਕਿ ਜਦੋਂ ਅਮਰੀਕਾ ਤੋਂ ਮੁੜਨਪੁਰ ਉਸ ਨੂੰ ਗਵਰਨਮੈਂਟ ਨੇ ਉਮਰ ਕੈਦ ਸੁਣਾ ਕੇ ਅੰਡੇਮਾਨ ਘੱਲ ਦਿੱਤਾ ਤਾਂ ਉੱਥੇ ਵੀ ਕਾਲ ਕੋਠਰੀ ਅੰਦਰ ਪੜ੍ਹਾਈ ਜਾਰੀ ਰੱਖੀ। ਜਦੋਂ ਅਸੀਂ ਅੰਡੇਮਾਨ ਤੋਂ ਹਿੰਦੁਸਤਾਨ ਨੂੰ ਘੱਲੇ ਗਏ ਤਾਂ ਉਸ ਵਕਤ ਉਹ ਅੰਗਰੇਜ਼ੀ ਵਿੱਚ BA ਤੋਂ ਘੱਟ ਲਿਆਕਤ ਨਹੀਂ ਸਨ ਰੱਖਦੇ। ਇਸ ਤਰ੍ਹਾਂ ਹੋਰਨਾਂ ਕਾਰਖਾਨਿਆਂ ਵਿੱਚ ਕੰਮ ਕਰਨ ਵਾਲੇ ਹਿੰਦੀਆਂ ਨੂੰ ਵੀ ਵਿਦਿਆ ਪ੍ਰਾਪਤੀ, ਆਜ਼ਾਦੀ ਤੇ ਕੌਮੀ ਹਮਦਰਦੀ ਦਾ ਰੰਗ ਦਿਨ ਦੂਣਾ ਤੇ ਰਾਤ ਚੌਣਾ ਚੜ੍ਹ ਰਿਹਾ ਸੀ। ਸਫਾਈ ਦੇ ਲਿਹਾਜ਼ ਨਾਲ ਵੀ ਹਰ ਇੱਕ ਹਿੰਦੀ ਦਾ ਕਮਰਾ ਮੇਜ਼, ਕੁਰਸੀਆਂ ਤੇ ਕੌਮੀ ਲੀਡਰਾਂ ਦੀਆਂ ਤਸਵੀਰਾਂ ਨਾਲ ਖੂਬ ਸਜਿਆ ਹੋਇਆ ਹੁੰਦਾ ਸੀ। ਕੀ ਮਜਾਲ ਕਿ ਕੋਈ ਆਦਮੀ ਵਧੀਆ ਸੂਟ ਬੂਟ ਪਹਿਨੇ ਬਗੈਰ ਘਰੋਂ ਬਾਹਰ ਪੈਰ ਧਰੇ, ਕਿਉਂ ਜੋ ਹੁਣ ਹਰ ਇੱਕ ਸ਼ਖਸ ਨੂੰ ਕੌਮੀ ਪਾਣ ਪੱਤ ਦਾ ਖਿਆਲ ਹੁੰਦਾ ਸੀ। ਸ਼ਰਾਬ ਪੀਣ ਦੀ ਵੀ ਆਬਾਦੀ ਦਿਨੋਂ ਦਿਨ ਘਟ ਰਹੀ ਸੀ। ਜੇ ਕੋਈ ਪੀਂਦਾ ਵੀ ਸੀ ਤਾਂ ਆਪਣੇ ਘਰ ਲਿਆ ਕੇ ਚੁੱਪਚਾਪ, ਸਗੋਂ ਸ਼ਰਾਬ ਹੁਣ ਘਿਰਣਾ ਦੀ ਨਜ਼ਰ ਨਾਲ ਦੇਖੀ ਜਾਣ ਲੱਗ ਪਈ ਸੀ। ਕਿਸੇ ਕੌਮੀ ਕੰਮ ਲਈ ਅਪੀਲ ਕੀਤੇ ਪੁਰ ਜਾਣ 1000-2000 ਰੁਪਇਆ ਇਕੱਠਾ ਹੋ ਜਾਣਾ ਇੱਕ ਮਾਮੂਲੀ ਗੱਲ ਸੀ। ਅਖੀਰਾਂ ਦਾ ਜ਼ਿਕਰ ਹੈ ਕਿ ਬਾਪੂ ਤਾਰਕਨਾਥ ਮਿਨਾਰਕ ਮਿੱਲ ਵਿੱਚ ਆਏ ਤੇ ਉਹਨਾਂ ਨੇ ਅਪੀਲ ਕੀਤੀ ਕਿ ਮੈਨੂੰ ਹਿੰਦੀ ਵਿੱਚ ਵਿਦਿਆਰਥੀਆਂ ਲਈ ਇੱਕ ਅਮਰੀਕਨ ਜੈਂਟਲਮੈਨ ਭਲੇ ਲੋਕ ਨੇ 5 ਏਕੜ ਕਿੱਲੇ ਜ਼ਮੀਨ ਦਿੱਤੀ ਹੈ। ਉਸ ਜ਼ਮੀਨ ਨੂੰ ਆਬਾਦ ਕਰਨ ਲਈ ਕੁਝ ਰੁਪਏ ਦੀ ਲੋੜ ਹੈ ਤਾਂ ਜੋ ਉਸ ਨੂੰ ਆਬਾਦ ਕਰਕੇ ਉਸ ਦੀ ਆਮਦਨੀ ਵਿੱਚੋਂ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਜਾਵੇ। ਬਸ ਇੰਨਾ ਕਹਿਣ ਦੀ ਢਿੱਲ ਸੀ ਕਿ ਅੱਧੇ ਘੰਟੇ ਵਿੱਚ 1200 ਰੁਪਇਆ ਇਕੱਠਾ ਹੋਇਆ। ਪਰ ਅਫਸੋਸ, ਉਹਨਾਂ ਦੇ ਚਲੇ ਜਾਣ ਮਗਰੋਂ ਸਤਦੇਵ ਜੀ ਨੇ ਆ ਕੇ ਦੱਸਿਆ ਕਿ ਉਸ ਜ਼ਮੀਨ ਪੁਰ ਤਾਰਕਨਾਥ ਹੀ ਜੱਫਾ ਮਾਰਨਾ ਚਾਹੁੰਦਾ ਹੈ। ਜੋ ਰੁਪਇਆ ਆਪ ਨੇ ਦਿੱਤਾ ਹੈ ਉਹ ਵਿਦਿਆਰਥੀਆਂ ਦੇ ਕੰਮ ਨਹੀਂ ਆਵੇਗਾ।
ਐ पर फिर मैनू कुछ पता नहीं लगा कि सतदेव का कहना ठीक निकलिया ਜਾਂ उस तारकनाथ ने ਜ਼ਮੀਨ ਨਾਲ ਵਿਦਿਆਰਥੀਆਂ ਦੀ ਕੋਈ ਸੇਵਾ ਕੀਤੀ। ਤਾਰਕਨਾਥ ਤੇ ਡੀਜੀ ਕੁਮਾਰ ਵਰਗੇ ਗਾਉਂ ਦੇ ਯਾਰਾਂ ਦੀਆਂ ਕਰਤੂਤਾਂ। ਪਾਰਟੀ ਕਾਇਮ ਹੋਣ ਤੋਂ ਪਹਿਲਾਂ ਅਮਰੀਕਾ ਵਿੱਚ ਹਰਨਾਮ ਸਿੰਘ ਜੀ, ਕਹਿਰੀ ਸ਼ਹਿਰੀ, ਬਾਪੂ ਤਾਰਕਨਾਥ, ਡੀਜੀ ਕੁਮਾਰ, ਇਹਨਾਂ ਤਿੰਨਾਂ ਦੀ ਪਾਰਟੀ ਸੀ ਤੇ ਇਹ ਥੋੜ੍ਹਾ ਦੇਸ਼ ਭਗਤੀ ਦਾ ਪ੍ਰਚਾਰ ਵੀ ਕੀਤਾ ਕਰਦੇ ਸਨ। ਪਰ ਭਾਈ ਹਰਨਾਮ ਸਿੰਘ ਜੀ ਤੋਂ ਬਿਨਾਂ ਦੂਜੇ ਦੋਵੇਂ ਇਸ ਪ੍ਰਚਾਰ ਦੁਆਰਾ ਆਪਣਾ ਹੀ ਗਾਉਂ ਕੱਢਦੇ ਸਨ, ਜਿਸ ਦਾ ਅਸਰ ਆਮ ਲੋਕਾਂ ਦੇ ਦਿਲਾਂ ਪੁਰ ਬਹੁਤ ਬੁਰਾ ਪੈਂਦਾ ਸੀ। ਇਹੋ ਕਾਰਨ ਸੀ ਕਿ ਅਮਰੀਕਾ ਵਿੱਚ ਪੜ੍ਹੇ ਲਿਖੇ ਆਦਮੀ ਅਕਸਰ ਬਦਨਾਮ ਹੋ ਚੁੱਕੇ ਸਨ ਤੇ ਆਮ ਹਿੰਦੀ ਉਹਨਾਂ ਪਰ ਭਰੋਸਾ ਨਹੀਂ ਸਨ ਕਰਦੇ। ਡੀਜੀ ਕੁਮਾਰ ਨੇ ਪੋਰਟਲੈਂਡ, ਓਰੀਗਨ ਵਿੱਚ ਹਿੰਦੀਆਂ ਦੀ ਇੱਕ ਸੁਸਾਇਟੀ ਵੀ ਕਾਇਮ ਕੀਤੀ ਸੀ, ਪਰ ਉਹ 3 ਮਹੀਨੇ ਤੋਂ ਵੱਧ ਨਾ ਚੱਲ ਸਕੀ, ਕਿਉਂ ਜੋ ਡੀਜੀ ਕੁਮਾਰ ਨੇ ਲੋਕਾਂ ਪਾਸੋਂ ਚੰਦਾ ਉਗਰਾ ਕੇ ਸਿਆਟਲ ਵਿੱਚ ਹਿੰਦੀ ਵਿਦਿਆਰਥੀਆਂ ਦੀ ਰਿਹਾਇਸ਼ ਲਈ ਇੱਕ ਮਕਾਨ ਖਰੀਦਿਆ ਸੀ, ਜਿਸ ਦਾ ਨਾਮ ਇੰਡੀਆ ਹਾਊਸ ਰੱਖਿਆ ਸੀ। ਅਖੀਰ ਵਿੱਚ ਉਹ ਉਸ ਮਕਾਨ ਪਰ ਆਪ ਹੀ ਜੱਫਾ ਮਾਰ ਬੈਠਾ ਤੇ ਵੇਚ ਦਿੱਤਾ। ਉਹ ਪੈਸਾ ਵੀ ਆਪ ਹੀ ਹੜੱਪ ਕਰ ਗਿਆ। ਜਦੋਂ ਸਾਡੀ ਸੁਸਾਇਟੀ ਕਾਇਮ ਹੋਈ ਤਾਂ ਸਿਆਟਲ ਦੇ ਵਿਦਿਆਰਥੀਆਂ ਨੇ ਇਹ ਸ਼ਿਕਾਇਤ ਮੇਰੇ ਕੋਲ ਲਿਖ ਕਰ ਲਈ, ਜਿਸ ਪਰ ਮੈਂ ਤੇ ਭਾਈ ਕੇਸਰ ਸਿੰਘ ਜੀ ਸਿਆਟਲ ਪਹੁੰਚੇ ਅਤੇ ਸਿਆਟਲ ਯੂਨੀਵਰਸਿਟੀ ਵਿੱਚ ਜਾ ਕੇ ਲੜਕਿਆਂ ਪਾਸੋਂ ਇਸ ਮਕਾਨ ਬਾਰੇ ਸਾਰਾ ਹਾਲ ਪੁੱਛਿਆ। ਉਸ ਘਰ ਵਿੱਚ ਅਮਰੀਕਨ ਗੋਰਿਆਂ ਨੂੰ ਰਹਿੰਦਿਆਂ ਅਸਾਂ ਆਪਣੀ ਅੱਖੀਂ ਦੇਖਿਆ। ਪੁੱਛਣ ਪਰ ਅਮਰੀਕਨ ਗੋਰੇ ਨੇ ਸਾਨੂੰ ਦੱਸਿਆ ਕਿ ਇਹ ਅਸਾਂ ਡੀਜੀ ਕੁਮਾਰ ਪਾਸੋਂ ਮੁੱਲ ਲਿਆ ਹੈ। ਐ ਪਰ ਹੁਣ ਆਮ ਹਿੰਦੀ ਸਿਆਣੇ ਹੋ ਗਏ ਸਨ, ਉਹ ਭਲੇ ਬੁਰੇ ਦੀ ਪਛਾਣ ਕਰ ਸਕਦੇ ਸਨ। ਕੋਈ ਇੱਕ ਆਦਮੀ ਉਹਨਾਂ ਨੂੰ ਆਪਣੇ ਸਵਾਰਥ ਲਈ ਨਹੀਂ ਸੀ ਵਰਤ ਸਕਦਾ। ਉਹ ਆਪਣੇ ਕਰਤੱਵ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਪਏ ਸਨ। ਛੁੱਟੀਆਂ ਦੇ ਦਿਨੀਂ ਜੋ ਵਿਦਿਆਰਥੀ ਕੰਮ ਕਰਨ ਲਈ ਕਾਰਖਾਨਿਆਂ ਵਿੱਚ ਆਉਂਦੇ ਸਨ ਤੇ ਉਹਨਾਂ ਦੇ ਵਾਪਸ ਜਾਣ ਸਮੇਂ ਆਪਣਾ ਕੌਮੀ ਫਰਜ਼ ਸਮਝ ਕੇ ਰੁਪਏ ਨਾਲ ਉਹਨਾਂ ਦੀ ਸਹਾਇਤਾ ਵੀ ਕਰਦੇ ਸਨ। ਗੱਲ ਕੀ ਹਰ ਤਰ੍ਹਾਂ ਉਹਨਾਂ ਦੇ ਹੌਸਲੇ ਵਧਾਉਂਦੇ ਸਨ। ਇਹਨਾਂ ਦਾਨੀਆਂ ਵਿੱਚ ਭਾਈ ਜਵਾਲਾ ਸਿੰਘ ਜੀ ਦਾ ਨਾਮ ਖਾਸ ਹੈ, ਜਿਨ੍ਹਾਂ ਨੇ ਵਾਹੀ ਦਾ ਕਰੜੇ ਤੋਂ ਕਰੜਾ ਕੰਮ ਕਰਦਿਆਂ ਵੀ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਵਿੱਚੋਂ 4 ਵਿਦਿਆਰਥੀ ਅਮਰੀਕਾ ਵਿੱਚ ਆਪਣੇ ਵਜ਼ੀਫਿਆਂ ਪੁਰ ਮੰਗਵਾਏ ਸਨ ਤੇ ਆਪਣੇ ਖਰਚ ਪੁਰ ਉਹਨਾਂ ਦੀ ਰਿਹਾਇਸ਼ ਤੇ ਖੁਰਾਕ ਆਦਿ ਦਾ ਸਾਰਾ ਪ੍ਰਬੰਧ ਰੱਖਿਆ ਸੀ। ਭਾਈ ਜਵਾਲਾ ਸਿੰਘ ਜੀ ਦੀ ਇਹ ਉੱਚੀ ਕੌਮੀ ਸੇਵਾ ਅੱਜ ਤੱਕ ਕਿਸੇ ਰਾਜੇ, ਮਹਾਰਾਜੇ ਤੇ ਸੇਠ ਸਾਹੂਕਾਰ ਨੂੰ ਵੀ ਨਸੀਬ ਨਹੀਂ ਹੋਈ, ਜੋ ਉਹਨਾਂ ਨੇ ਇਸ ਗਰੀਬੀ ਦੀ ਹਾਲਤ ਵਿੱਚ ਕਰ ਵਿਖਾਈ। ਸੰਪਾਦਕ ਵੱਲੋਂ ਨੋਟ: ਇੱਥੇ ਬਾਬਾ ਭਕਨਾ ਜੀ ਨਾਂ ਦਾ ਥੋੜ੍ਹਾ ਭੁਲੇਖਾ ਖਾ ਰਹੇ ਹਨ। ਇਹ ਡੀਜੀ ਕੁਮਾਰ ਅਰਥਾਤ ਗੁਰੂ ਦੱਤ ਕੁਮਾਰ ਸੀ, ਜੋ ਬੰਨੂ ਜ਼ਿਲ੍ਹਾ ਸਿਆਲਕੋਟ ਤੋਂ ਗਿਆ ਦੇਵ ਸਮਾਜੀਆ ਸੀ। ਹਿੰਦੀ ਮਹਾਸਭਾ ਦਾ ਕਾਇਮ ਹੋਣਾ। ਸੰਨ 1912 ਵਿੱਚ ਸਾਡਾ ਲਿਫਟਨ ਕਾਰਖਾਨਾ ਕ੍ਰਿਸਮਸ ਦੀਆਂ ਛੁੱਟੀਆਂ ਦੇ ਕਾਰਨ 1 ਮਹੀਨੇ ਲਈ ਬੰਦ ਹੋ ਗਿਆ। ਇਸ ਲਈ ਮੈਂ 1 ਮਹੀਨੇ ਵਾਸਤੇ ਆਸਟੋਰੀਆ ਦੇ ਇੱਕ ਕਾਰਖਾਨੇ ਵਿੱਚ ਚਲਾ ਗਿਆ। ਇਸ ਕਾਰਖਾਨੇ ਵਿੱਚ ਕੋਈ 250 ਹਿੰਦੀ ਕੰਮ ਕਰਦੇ ਸਨ, ਜਿਨ੍ਹਾਂ ਵਿੱਚ ਭਾਈ ਕੇਸਰ ਸਿੰਘ ਜੀ ਖਾਸ ਸਤਿਕਾਰਯੋਗ ਮੰਨੇ ਜਾਂਦੇ ਸਨ। ਸਾਰੇ ਹਿੰਦੀ ਉਹਨਾਂ ਦਾ ਆਦਰ ਸਤਿਕਾਰ ਕਰਦੇ ਸਨ ਤੇ ਉਹਨਾਂ ਪਰ ਭਰੋਸਾ ਕਰਦੇ ਸਨ। ਮੈਂ ਵੀ ਉਹਨਾਂ ਦੇ ਪਾਸ ਹੀ ਜਾ ਕੇ ਰਿਹਾ। ਜਦੋਂ ਸਾਡੀ ਆਪਸ ਵਿੱਚ ਕੌਮੀ ਆਜ਼ਾਦੀ ਤੇ ਹਾਣ ਲਾਭ ਸੰਬੰਧੀ ਗੱਲਬਾਤ ਹੋਈ ਤਾਂ ਅਸੀਂ ਇਸ ਸਿੱਟੇ ਪਰ ਪਹੁੰਚੇ ਕਿ ਸਵਾਈ ਕੁਰਬਾਨੀ ਤੇ ਕਰਨੀ ਕਰ ਵਿਖਾਣ ਤੋਂ ਜ਼ਬਾਨੀ ਜਮ੍ਹਾਂ ਖਰਚ ਕਰਨ ਨਾਲ ਕਦੀ ਆਜ਼ਾਦੀ ਨਹੀਂ ਮਿਲ ਸਕਦੀ। ਇਸ ਲਈ ਜ਼ਰੂਰੀ ਹੈ ਕਿ ਹੋਰ ਸਾਰੇ ਝਗੜੇ ਛੱਡ ਕੇ ਹੁਣ ਕੌਮੀ ਜੰਗ ਛੇੜੀ ਜਾਵੇ ਤੇ ਅਮਰੀਕਾ ਵਿੱਚ ਹਿੰਦੀ ਦੇਸ਼ ਭਗਤਾਂ ਦੀ ਇੱਕ ਅਜਿਹੀ ਫੌਜ ਤਿਆਰ ਕੀਤੀ ਜਾਵੇ ਜੋ ਮਜ਼ਹਬੀ ਤਰੇੜਾਂ ਤੋਂ ਲਾਂਭੇ ਹੋਵੇ ਤੇ ਹਿੰਦੁਸਤਾਨੀ ਨਾਤੇ ਵਜੋਂ ਉਸ ਦਾ ਹਰ ਇੱਕ ਸਿਪਾਹੀ ਆਪਣੀ ਜਨਮ ਭੂਮੀ ਦੀ ਆਜ਼ਾਦੀ ਖਾਤਰ ਉਸ ਵਿੱਚ ਭਰਤੀ ਹੋਵੇ। ਜਿੱਚਰ ਹਿੰਦੁਸਤਾਨ ਵਿੱਚ ਅਸੀਂ ਆਪਣੀ ਕੌਮੀ ਆਜ਼ਾਦੀ ਕਾਇਮ ਨਹੀਂ ਕਰ ਲੈਂਦੇ, ਉਹਨਾਂ ਚਿਰ ਦੁਨੀਆ ਵਿੱਚ ਸਾਡੀ ਨਿਰਾਦਰੀ ਤੇ ਬੇਪਤੀ ਜ਼ਰੂਰ ਹੀ ਹੁੰਦੀ ਰਹੇਗੀ, ਕਿਉਂ ਜੋ ਸਾਡੀਆਂ ਸਾਰੀਆਂ ਬੇਇੱਜ਼ਤੀਆਂ ਦਾ ਕਾਰਨ ਸਾਡੀ ਗੁਲਾਮੀ ਹੈ। ਘਿਰਨਾ ਕਰਨ ਵਾਲੀਆਂ ਦੁਨੀਆ ਦਾ ਇਸ ਵਿੱਚ ਕੋਈ ਕਸੂਰ ਨਹੀਂ, ਕਸੂਰ ਹੈ ਤਾਂ ਸਿਰਫ ਸਾਡਾ ਹੀ, ਕਿਉਂ ਜੋ ਦੁਨੀਆ ਨੂੰ ਜੀਵਨ ਨਾਲ ਪਿਆਰ ਹੁੰਦਾ ਹੈ, ਨਾ ਕਿ ਮੁਰਦਾਪਨ ਨਾਲ। ਆਖਰ ਅਸਾਂ ਦੋਹਾਂ ਇਹ ਨਿਸ਼ਚਾ ਕੀਤਾ ਕਿ ਐਤਵਾਰ ਵਾਲੇ ਦਿਨ ਆਮ ਇਕੱਠ ਕੀਤਾ ਜਾਵੇ ਤੇ ਇੱਕ ਸੁਸਾਇਟੀ ਇਸ ਉਦੇਸ਼ ਨੂੰ ਪੂਰਾ ਕਰਨ ਲਈ ਕਾਇਮ ਕੀਤੀ ਜਾਵੇ। ਮੁੱਕਦੀ ਗੱਲ, ਐਤਵਾਰ ਨੂੰ ਹਿੰਦੀਆਂ ਦਾ ਇੱਕ ਆਮ ਦੀਵਾਨ ਕੀਤਾ ਗਿਆ, ਜਿਸ ਵਿੱਚ ਕੌਮੀ ਬੇਇੱਜ਼ਤੀ ਤੇ ਉਸ ਦੇ ਕਾਰਨਾਂ ਪਰ
खुली विचार ते चर्चावाद हुंदी रही। आखिर सारिਆਂ इस गल नूं मन्निया कि साडियां सारियां बेपत्तियां दी जड़ साडी गुलामी ही है। ਜਦੋਂ ਤੀਕ ਆਜ਼ਾਦੀ ਪ੍ਰਾਪਤ ਨਾ ਹੋਵੇਗੀ ਉਦੋਂ ਤੱਕ ਦੁਨੀਆ ਵਿੱਚ ਸਾਡੀ ਇਹ ਦੁਰਦਸ਼ਾ ਹੁੰਦੀ ਹੀ ਰਹੇਗੀ। ਉਪਰੰਤ ਇਸ ਰੋਗ ਦੇ ਇਲਾਜ ਦਾ ਸਵਾਲ ਪੇਸ਼ ਹੋਇਆ ਤੇ ਆਮ ਰਾਏ ਦੇ ਆਧਾਰ ਪਰ ਫੈਸਲਾ ਹੋਇਆ ਕਿ ਖਾਲਸ ਹਿੰਦੀਆਂ ਦੀ ਸਭਾ ਕਾਇਮ ਕੀਤੀ ਜਾਵੇ ਜੋ ਮਜ਼ਹਬੀ ਝਗੜੇ ਝਾਂਜੇ ਤੋਂ ਨਿਰਲੇਪ ਹੋਵੇ। ਇਸ ਪਰ ਕਈ ਦੇਸ਼ ਭਗਤਾਂ ਨੇ ਆਪਣੇ ਨਾਮ ਪੇਸ਼ ਕੀਤੇ ਅਤੇ ਤਨ ਮਨ ਤੇ ਧਨ ਦਾ ਦੁਬਾਰਾ ਸੇਵਾ ਕਰਨ ਦਾ ਪ੍ਰਣ ਕੀਤਾ। ਇਹਨਾਂ ਸਾਰਿਆਂ ਪ੍ਰਣ ਕਰਨ ਵਾਲਿਆਂ ਵਿੱਚੋਂ ਭਾਈ ਬੰਤਾ ਸਿੰਘ ਦਾ ਨਾਮ ਖਾਸ ਹੈ, ਜਿਨ੍ਹਾਂ ਨੇ ਕਹਿਣੀ ਨੂੰ ਪੂਰਨ ਰੂਪ ਵਿੱਚ ਕਰਨੀ ਦੇ ਸਾਂਚੇ ਵਿੱਚ ਢਾਲ ਵਿਖਾਇਆ ਤੇ ਜਨਮ ਭੂਮੀ ਦੇ ਨਾਮ ਪਰ ਆਪਣਾ ਤਨ ਮਨ ਧਨ ਸਭ ਕੁਝ ਵਾਰ ਸੁੱਟਿਆ। ਸੰਪਾਦਕ ਵੱਲੋਂ ਫੁੱਟਨੋਟ: ਭਾਈ ਬੰਤਾ ਸਿੰਘ ਸੰਘਵਾਲ, ਜ਼ਿਲ੍ਹਾ ਜਲੰਧਰ, ਜਿਨ੍ਹਾਂ ਨੇ ਸਾਨ ਫਰਾਂਸਿਸਕੋ ਹੈੱਡਕੁਆਰਟਰ 'ਤੇ ਵੀ ਕੰਮ ਕੀਤਾ ਅਤੇ ਪੰਜਾਬ ਆ ਕੇ ਗਦਰ ਵਿੱਚ ਵੀ ਭਾਗ ਲਿਆ। ਅਖੀਰ 12 ਅਗਸਤ 1915 ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਫਾਂਸੀ ਦਾ ਰੱਸਾ ਚੁੰਮਿਆ। ਆਖਰ ਸਭਾ ਕਾਇਮ ਕੀਤੀ ਗਈ, ਜਿਸ ਦਾ ਨਾਮ ਹਿੰਦੀ ਮਹਾਸਭਾ ਰੱਖਿਆ ਗਿਆ। ਇਸ ਦੇ ਪ੍ਰਧਾਨ ਭਾਈ ਕੇਸਰ ਸਿੰਘ ਜੀ, ਮੀਤ ਪ੍ਰਧਾਨ ਇੱਕ ਮੁਸਲਮਾਨ ਸਨ ਤੇ ਸਕੱਤਰ ਮੈਨੂੰ ਚੁਣਿਆ ਗਿਆ। ਇਸ ਸਭਾ ਦਾ ਮੁੱਖ ਮੰਤਵ ਸਾਰੇ ਹਿੰਦੀਆਂ ਨੂੰ ਕੌਮੀਅਤ ਦੀ ਇੱਕ ਲੜੀ ਵਿੱਚ ਪਰੋ ਕੇ ਭਾਰਤ ਆਜ਼ਾਦ ਕਰਾਉਣਾ ਟਿਕਿਆ ਗਿਆ। ਠਾਕਰ ਦਾਸ ਸੁਸਾਇਟੀ ਦਾ ਚੰਦਾ ਤੇ ਹੋਰ ਨਗਦ ਮਾਲ ਉੜਨ ਛੂ ਕਰਕੇ ਕਿਧਰੇ ਪੱਤਰਾਵਾਚ ਗਿਆ। ਇਸ ਤੋਂ ਬਾਅਦ ਮੈਂ ਅਸਟੋਰੀਆ ਤੋਂ ਲਿਫਟਨ ਦੇ ਕਾਰਖਾਨੇ ਵਿੱਚ ਆਇਆ ਤੇ ਐਤਵਾਰ ਨੂੰ ਪੰਡਿਤ ਕਾਂਸ਼ੀ ਰਾਮ ਨਾਲ ਗੱਲਬਾਤ ਕਰਨ ਦੇ ਇਰਾਦੇ ਨਾਲ ਸੈਂਟ ਜਾਨ ਦੇ ਕਾਰਖਾਨੇ ਵਿੱਚ ਗਿਆ। ਇਹ ਕਾਰਖਾਨਾ ਸਾਡੇ ਕਾਰਖਾਨੇ ਤੋਂ ਕੋਈ 2.5 ਮੀਲ ਦੀ ਵਿੱਥ ਸੀ। ਅਸਟੋਰੀਆ ਵਿੱਚ ਹਿੰਦੀ ਮਹਾਸਭਾ ਕਾਇਮ ਹੋਣ ਦਾ ਸਾਰਾ ਬਿਰਤਾਂਤ ਮੈਂ ਭਾਈ ਕਾਂਸ਼ੀ ਰਾਮ ਪੰਡਿਤ ਨੂੰ ਸੁਣਾਇਆ। ਉਹ ਸੁਣ ਕੇ ਬਹੁਤ ਖੁਸ਼ ਹੋਏ। ਭਾਈ ਰਾਮ ਰੱਖਾ ਵੀ ਉਨੀ ਦਿਨੀ ਕਾਂਸ਼ੀ ਰਾਮ ਕੋਲ ਹੀ ਰਹਿੰਦੇ ਸਨ। ਉਹਨਾਂ ਨੇ ਵੀ ਬੜੇ ਪ੍ਰੇਮ ਨਾਲ ਮੇਰੀ ਗੱਲਬਾਤ ਸੁਣੀ ਤੇ ਆਖਿਆ, ਮੈਂ ਵੀ ਸਭਾ ਦਾ ਮੈਂਬਰ ਬਣਨ ਲਈ ਤਿਆਰ ਹਾਂ। ਸੈਂਟ ਜਾਨ ਵਿੱਚ ਰਹਿਣ ਵਾਲੇ ਹੋਰਨਾਂ ਹਿੰਦੀਆਂ ਨੇ ਵੀ ਸਭਾ ਦੇ ਮੈਂਬਰ ਬਣਨ ਦਾ ਭਰੋਸਾ ਦਿਵਾਇਆ। ਆਖਰ ਮੈਂ ਭਾਈ ਕਾਂਸ਼ੀ ਰਾਮ ਜੀ ਤੋਂ ਪੁੱਛਿਆ ਕਿ ਕੋਈ ਇਹੋ ਜਿਹਾ ਸੱਜਣ ਵੀ ਹੈ ਜਿਸ ਤੋਂ ਅਸੀਂ ਅਖਬਾਰ ਕੱਢਣ ਦਾ ਕੰਮ ਲੈ ਸਕੀਏ, ਪਰ ਹੋਵੇ ਦੇਸ਼ ਭਗਤ ਤੇ ਸੱਚਾ ਸੁੱਚਾ, ਜਿਸ ਪਰ ਪੂਰਾ ਭਰੋਸਾ ਕੀਤਾ ਜਾ ਸਕੇ ਅਤੇ ਅਖਬਾਰ ਦਾ ਸਾਰਾ ਕੰਮ ਉਸ ਦੇ ਸਪੁਰਦ ਕੀਤਾ ਜਾ ਸਕੇ, ਕਿਉਂ ਜੋ ਬਿਨਾਂ ਅਖਬਾਰ ਤੋਂ ਅਸੀਂ ਅਮਰੀਕਾ ਵਿੱਚ ਫਿਰ ਟੁਰ ਕੇ ਪ੍ਰਚਾਰ ਨਹੀਂ ਕਰ ਸਕਦੇ ਤੇ ਨਾ ਹੀ ਸਾਡੇ ਪਾਸ ਇੰਨਾ ਰੁਪਇਆ ਹੈ ਜੋ ਗੱਡੀਆਂ ਦੇ ਭਾੜੇ ਪਰ ਖਰਚ ਕੀਤਾ ਜਾਵੇ ਤੇ ਪ੍ਰਚਾਰਕਾਂ ਨੂੰ ਸਫ਼ਰ ਖਰਚ ਦਿੱਤਾ ਜਾਵੇ। ਅਸੀਂ ਅਜੇ ਇਹ ਗੱਲਾਂ ਕਰ ਹੀ ਰਹੇ ਸੀ ਕਿ ਬਾਹਰੋਂ ਠਾਕੁਰਦਾਸ ਆ ਗਿਆ। ਉਹ ਹੁਣੇ ਜਿਹੀ ਕੈਲੀਫੋਰਨੀਆ ਤੋਂ ਆਇਆ ਸੀ। ਕਾਂਸ਼ੀ ਰਾਮ ਨੇ ਅਸੀਂ ਦੋਹਾਂ ਦੀ ਜਾਣ ਪਛਾਣ ਕਰਾਈ ਤੇ ਫਿਰ ਗੱਲਬਾਤ ਛਿੜ ਪਈ। ਠਾਕੁਰਦਾਸ ਨੇ ਕਿਹਾ ਕਿ ਲਾਲਾ ਹਰਦਿਆਲ ਸਾਨ ਫਰਾਂਸਿਸਕੋ ਵਿੱਚ ਰਹਿੰਦੇ ਨੇ। ਜੇ ਆਪ ਉਹਨਾਂ ਨੂੰ ਇਹ ਕੰਮ ਸੌਂਪ ਦਿਓ ਤਾਂ ਮੇਰੀ ਜਾਚੇ ਉਹ ਇਸ ਕੰਮ ਨੂੰ ਚੰਗੀ ਤਰ੍ਹਾਂ ਚਲਾ ਸਕਣਗੇ। ਲਾਲਾ ਹਰਦਿਆਲ ਦੇ ਕਈ ਲੇਖ ਮੈਂ ਅਖਬਾਰਾਂ ਵਿੱਚ ਪੜ੍ਹੇ ਸਨ, ਪਰ ਮੈਂ ਉਹਨਾਂ ਦੀ ਰੂਹ ਦਾ ਸਿਆਣੂ ਨਹੀਂ ਸਾਂ। ਆਖਰ ਭਾਈ ਕਾਂਸ਼ੀ ਰਾਮ, ਠਾਕਰਦਾਸ, ਰਾਮ ਰੱਖਾ ਤੇ ਹੋਰ ਵੀ ਸਾਰੇ ਸੱਜਣਾਂ ਨੇ ਇਹੋ ਸਲਾਹ ਦਿੱਤੀ ਕਿ ਲਾਲਾ ਹਰਦਿਆਲ ਨੂੰ ਉਰੀਗਨ ਸੱਦ ਲਿਆ ਜਾਵੇ ਤੇ ਉਹਨਾਂ ਨਾਲ ਇਸ ਕੰਮ ਬਾਰੇ ਸਲਾਹ ਮਸ਼ਵਰਾ ਕਰ ਲਿਆ ਜਾਵੇ। ਆਖਰ ਮੈਂ ਲਾਲਾ ਹਰਦਿਆਲ ਨੂੰ ਖਤ ਲਿਖਣ ਦਾ ਕੰਮ ਭਾਈ ਕਾਂਸ਼ੀ ਰਾਮ ਦੇ ਜੁੰਮੇ ਲਾ ਕੇ ਆਪਣੇ ਕਾਰਖਾਨੇ ਨੂੰ ਮੋੜ ਆਇਆ। ਲਾਲਾ ਠਾਕਰਦਾਸ ਧੂਰੀ, ਇਹਨਾਂ ਦਾ ਅਸਲ ਪਿੰਡ ਧੂਰੀ ਨੇੜੇ ਜ਼ਿਲ੍ਹਾ ਸੰਗਰੂਰ ਸੀ। ਇਹ ਠਾਕਰਦਾਸ ਆਪਣੇ ਆਪ ਨੂੰ ਭਾਈ ਅਜੀਤ ਸਿੰਘ ਦਾ ਸਾਥੀ ਦੱਸਦਾ ਸੀ। ਜਦੋਂ ਹਿੰਦੀ ਐਸੋਸੀਏਸ਼ਨ ਕਾਇਮ ਹੋਈ ਤੇ ਇਸ ਦਾ ਮੀਤ ਸਕੱਤਰ ਚੁਣਿਆ ਗਿਆ, ਪਰ ਥੋੜ੍ਹੇ ਹੀ ਦਿਨਾਂ ਪਿੱਛੋਂ ਉਸ ਦੇ ਚਾਲ ਚੱਲਣ ਦਾ ਪਰਦਾ ਪਾਟ ਗਿਆ। ਜੋ ਚੰਦਾ ਉਸਨੇ ਸੁਸਾਇਟੀ ਨੂੰ ਦੇਣਾ ਮੰਨਿਆ ਸੀ ਉਹ ਵੀ ਪੂਰਾ ਨਾ ਕੀਤਾ ਤੇ ਉਸ ਤੋਂ ਛੁੱਟ ਸੁਸਾਇਟੀ ਨੇ ਭਾਈ ਅਜੀਤ ਸਿੰਘ ਨੂੰ ਸਵਿਟਜ਼ਰਲੈਂਡ ਵਿੱਚ $120 ਇਸ ਦੇ ਰਾਹੀਂ ਘੱਲੇ ਸਨ। ਉਹ ਵੀ ਇਸ ਨੇ ਹਜ਼ਮ ਕਰ ਲਏ। ਜਦੋਂ ਸੁਸਾਇਟੀ ਨੇ ਪੁੱਛਿਆ ਤਾਂ ਕਈ ਦਿਨ ਤਾਂ ਆਲੇ ਕੌਡੀ ਛਿੱਕੇ ਕੌਡੀ ਹੀ ਕਰਦਾ ਰਿਹਾ, ਪਰ ਜਦੋਂ ਕਿਸੇ ਤਰ੍ਹਾਂ ਪਿੱਛਾ ਛੁੱਟਦਾ ਨਜ਼ਰ ਨਾ ਆਇਆ ਤਾਂ ਇੱਕ ਦਿਨ ਰਾਤ ਨੂੰ ਚੋਰੀ ਹੀ ਸੈਂਟ ਜਾਨ ਤੋਂ ਪੱਤਰਾ ਵਾਜ ਗਿਆ। ਫਿਰ ਮੇਰੇ ਅਮਰੀਕਾ ਵਿੱਚ ਹੁੰਦਿਆਂ ਤਾਂ ਉਸ ਦੀ ਕੋਈ ਉੱਗ ਸੁੱਗ ਨਹੀਂ ਨਿਕਲੀ। ਇਹੋ ਜਿਹੇ ਹੋਰ ਵੀ ਕਈ ਗਊ ਕੱਢੂ ਆਦਮੀ ਸਨ ਜਿਨ੍ਹਾਂ ਨੇ ਆਪਣਾ ਗਊ ਕੱਢਣ ਦੇ ਕਾਰਨ ਹਿੰਦੀਆਂ ਵਿੱਚ ਬੇਇੱਜ਼ਤੀ ਫੈਲਾਈ
ਹਿੰਦੀ ਕਿਰਤੀ ਕਿਸਾਨ ਪਾਰਟੀ ਇਹਨਾਂ ਦੀ ਕਿਰਪਾ ਨਾਲ ਹੀ ਜੀ ਲਿਖੇ ਪੜ੍ਹੇ ਆਦਮੀਆਂ ਪਰ ਭਰੋਸਾ ਨਹੀਂ ਸੀ ਕਰਦੀ। ਕਿਤਾਬ ਮੇਰੀ ਰਾਮ ਕਹਾਣੀ, ਲੇਖਕ ਬਾਬਾ ਸੋਹਣ ਸਿੰਘ ਭਕਨਾ, ਸੰਪਾਦਕ ਰਾਜਵਿੰਦਰ ਸਿੰਘ ਰਾਹੀ। ਤੁਸੀਂ ਸੁਣ ਰਹੇ ਸੀ ਕਿਤਾਬ ਦਾ 8ਵਾਂ ਭਾਗ, ਆਵਾਜ਼ ਗੁਰਜੰਟ ਸਿੰਘ ਰੂਪੂ ਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।